ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਜਦੋਂ ਵੀ ਅਸੀਂ ਇਤਿਹਾਸ ਯਾਨੀ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਦਿਮਾਗ 'ਚ ਕੀ ਆਉਂਦਾ ਹੈ? ਤਾਰੀਖਾਂ, ਰਾਜੇ ਮਹਾਰਾਜੇ, ਲੜਾਈਆਂ, ਹੈ ਨਾ? ਪਰ ਅਸਲ ਵਿੱਚ ਇਤਿਹਾਸ ਇਸ ਤੋਂ ਕਿਤੇ ਵੱਧ ਹੈ। ਇਹ ਸਿਰਫ ਤੱਥਾਂ ਦੀ ਲਿਸਟ ਨਹੀਂ, ਇਹ ਤਾਂ ਸਾਡੇ ਸਮਾਜ ਦੀ ਕਹਾਣੀ ਹੈ ਕਿ ਅਸੀਂ ਕੌਣ ਹਾਂ ਤੇ ਅੱਜ ਜਿੱਥੇ ਹਾਂ ਉੱਥੇ ਕਿਵੇਂ ਪਹੁੰਚੇ। ਅੱਜ ਆਪਾਂ 6ਵੀਂ ਤੋਂ 8ਵੀਂ ਜਮਾਤ ਦੀ NCERT ਦਾ ਨਿਚੋੜ ਇੱਕ ਕਹਾਣੀ ਦੇ ਰੂਪ ਵਿੱਚ ਸਮਝਾਂਗੇ ਜੋ ਟੀਚਿੰਗ ਇਮਤਿਹਾਨਾਂ ਲਈ ਬਹੁਤ ਜ਼ਰੂਰੀ ਹੈ। ਆਓ ਮਿਲ ਕੇ ਆਪਣੇ ਅਤੀਤ ਦੇ ਇਸ ਸਫ਼ਰ ਤੇ ਚੱਲੀਏ। ਤਾਂ ਫਿਰ ਸਵਾਲ ਇਹ ਹੈ ਕਿ ਸਾਡੀ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ? ਇਸ ਵਿਸ਼ਾਲ ਉਪ-ਮਹਾਦੀਪ ਯਾਨੀ ਸਬ-ਕੰਟੀਨੈਂਟ ਤੇ ਇਨਸਾਨ ਨੇ ਪਹਿਲਾ ਕਦਮ ਕਿੱਥੇ ਰੱਖਿਆ ਹੋਵੇਗਾ? ਸਾਡੇ ਇਤਿਹਾਸ ਦਾ ਪਹਿਲਾ ਪੰਨਾ ਕਿੱਥੋਂ ਖੁੱਲਦਾ ਹੈ? ਚਲੋ ਪਤਾ ਕਰਦੇ ਹਾਂ। ਇਹ ਹੈ ਸਾਡੇ ਅੱਜ ਦੇ ਸਫ਼ਰ ਦਾ ਰੋਡ ਮੈਪ। ਆਪਾਂ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਾਂਗੇ, ਪਹਿਲੇ ਇਨਸਾਨੀ ਕਦਮਾਂ ਤੋਂ। ਫਿਰ ਆਵੇਗਾ ਪੱਥਰ ਦਾ ਯੁੱਗ। ਉਸ ਤੋਂ ਬਾਅਦ ਦੇਖਾਂਗੇ ਸਾਡੇ ਪਹਿਲੇ ਸ਼ਹਿਰ ਕਿਹੋ ਜਿਹੇ ਸਨ, ਫਿਰ ਰਾਜ ਤੇ ਸਾਮਰਾਜ ਕਿਵੇਂ ਬਣੇ। ਇਸ ਦੇ ਨਾਲ ਹੀ ਨਵੇਂ ਵਿਚਾਰਾਂ ਦਾ ਜਨਮ ਕਿਵੇਂ ਹੋਇਆ ਤੇ ਆਖਿਰ ਵਿੱਚ ਆਪਾਂ ਉਹਨਾਂ ਸ਼ਾਨਦਾਰ ਖੋਜਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਦਿੱਤਾ। ਤਾਂ ਚਲੋ ਫਿਰ ਸਮੇਂ ਵਿੱਚ ਪਿੱਛੇ ਚੱਲਦੇ ਹਾਂ, ਬਹੁਤ ਪਿੱਛੇ, ਲੱਖਾਂ ਸਾਲ ਪਿੱਛੇ। ਸਾਡੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਨਦੀ ਦੇ ਕੰਢੇ ਤੋਂ, ਨਰਮਦਾ ਨਦੀ ਦੇ ਕੰਢੇ। ਸੋਚ ਕੇ ਦੇਖੋ, ਇਸ ਧਰਤੀ ਤੇ ਸਭ ਤੋਂ ਪੁਰਾਣੇ ਲੋਕਾਂ ਨੇ ਇੱਥੇ ਹੀ ਆਪਣਾ ਜੀਵਨ ਸ਼ੁਰੂ ਕੀਤਾ ਸੀ। ਤਾਂ ਇਹ ਲੋਕ ਕੌਣ ਸਨ? ਇਹਨਾਂ ਨੂੰ ਕਿਹਾ ਜਾਂਦਾ ਸੀ ਅਖੇਟਕ ਸੰਗ੍ਰਾਹਕ। ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਹੰਟਰ ਗੈਦਰਰਸ। ਹੁਣ ਇਸ ਦਾ ਮਤਲਬ ਕੀ ਹੈ? ਬਹੁਤ ਸੌਖਾ ਹੈ। ਉਹ ਲੋਕ ਜਿਹੜੇ ਸ਼ਿਕਾਰ ਕਰਕੇ ਯਾਨੀ ਹੰਟਿੰਗ ਕਰਕੇ ਅਤੇ ਜੰਗਲ ਵਿੱਚੋਂ ਫਲ-ਫੁੱਲ ਇਕੱਠੇ ਕਰਕੇ ਯਾਨੀ ਗੈਦਰਿੰਗ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਉਹਨਾਂ ਦੀ ਜ਼ਿੰਦਗੀ ਇੱਕ ਥਾਂ ਟਿਕੀ ਨਹੀਂ ਸੀ, ਅੱਜ ਇੱਥੇ ਕੱਲ ਉੱਥੇ, ਬਸ ਭੋਜਨ ਦੀ ਭਾਲ ਵਿੱਚ। ਪਰ ਕਦੋਂ ਤੱਕ ਇਨਸਾਨ ਏਦਾਂ ਭਟਕਦਾ ਰਹਿੰਦਾ? ਇੱਕ ਬਹੁਤ ਵੱਡਾ ਬਦਲਾਅ ਆਉਣ ਵਾਲਾ ਸੀ। ਠਹਿਰੋ, ਵੀਡੀਓ ਤਾਂ ਤੁਸੀਂ ਪੂਰੀ ਦੇਖ ਲਵੋਗੇ, ਪਰ ਬਿਨਾਂ ਨੋਟਸ ਤੋਂ ਇਹ ਸਾਰੇ ਟੌਪਿਕਸ ਦਿਮਾਗ ਵਿੱਚੋਂ ਨਿਕਲ ਜਾਣਗੇ। ਇਸ ਲਈ ਵਾਈਜੀ ਕੋਚਿੰਗ ਦੇ ਬਿਹਤਰੀਨ ਨੋਟਸ ਅਤੇ ਟੈਸਟ ਸੀਰੀਜ਼ ਖਰੀਦਣ ਲਈ ਹੁਣੇ 9653816752 ਤੇ ਕਾਲ ਜਾਂ WhatsApp ਕਰੋ ਜੀ। ਉਹ ਪਲ ਜਦੋਂ ਇਨਸਾਨ ਨੇ ਭੋਜਨ ਲੱਭਣ ਵਾਲੇ ਤੋਂ ਭੋਜਨ ਪੈਦਾ ਕਰਨ ਵਾਲਾ ਬਣਨਾ ਸੀ। ਇਹ ਸੀ ਖੇਤੀਬਾੜੀ ਕ੍ਰਾਂਤੀ ਯਾਨੀ ਐਗਰੀਕਲਚਰਲ ਰੈਵੋਲੂਸ਼ਨ, ਜੋ ਲਗਭਗ 8000 ਸਾਲ ਪਹਿਲਾਂ ਸ਼ੁਰੂ ਹੋਈ। ਸੁਲੇਮਾਨ ਤੇ ਕਿਰਥਰ ਦੀਆਂ ਪਹਾੜੀਆਂ 'ਚ ਲੋਕਾਂ ਨੇ ਸਭ ਤੋਂ ਪਹਿਲਾਂ ਕਣਕ ਤੇ ਜੌਂ ਉਗਾਉਣਾ ਸ਼ੁਰੂ ਕੀਤਾ। ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਸੀ, ਇਹ ਤਾਂ ਇਨਸਾਨੀ ਇਤਿਹਾਸ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਸੀ। ਇਸੇ ਇੱਕ ਚੀਜ਼ ਨੇ ਸਾਨੂੰ ਘਰ ਦਿੱਤੇ, ਪਿੰਡ ਦਿੱਤੇ ਤੇ ਅੱਗੇ ਚੱਲ ਕੇ ਸ਼ਹਿਰਾਂ ਦੀ ਨੀਂਹ ਵੀ ਇਸੇ ਨੇ ਰੱਖੀ। ਜਿਵੇਂ-ਜਿਵੇਂ ਲੋਕ ਇੱਕ ਥਾਂ ਟਿਕ ਕੇ ਰਹਿਣ ਲੱਗੇ, ਇਸ ਧਰਤੀ ਨੂੰ ਨਾਮ ਮਿਲਣੇ ਸ਼ੁਰੂ ਹੋ ਗਏ। ਅੱਜ ਅਸੀਂ ਆਪਣੇ ਦੇਸ਼ ਨੂੰ ਦੋ ਮੁੱਖ ਨਾਵਾਂ ਨਾਲ ਬੁਲਾਉਂਦੇ ਹਾਂ, ਇੰਡੀਆ ਤੇ ਭਾਰਤ। ਦੋਨਾਂ ਦੇ ਪਿੱਛੇ ਆਪਣੀ-ਆਪਣੀ ਕਹਾਣੀ ਹੈ। ਇੰਡੀਆ ਸ਼ਬਦ ਆਇਆ ਇੰਡਸ ਨਦੀ ਤੋਂ, ਜਿਸ ਨੂੰ ਸੰਸਕ੍ਰਿਤ ਵਿੱਚ ਸਿੰਧੂ ਕਹਿੰਦੇ ਨੇ। ਕੋਈ 2500 ਸਾਲ ਪਹਿਲਾਂ ਈਰਾਨ ਤੇ ਯੂਨਾਨ ਤੋਂ ਆਏ ਲੋਕਾਂ ਨੇ ਸਿੰਧੂ ਨਦੀ ਦੇ ਪੂਰਬ ਵਾਲੇ ਇਲਾਕੇ ਨੂੰ ਇੰਡੀਆ ਕਿਹਾ। ਦੂਜੇ ਪਾਸੇ ਭਾਰਤ ਨਾਮ ਦਾ ਜ਼ਿਕਰ ਸਾਡੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿੱਚ ਮਿਲਦਾ ਹੈ। ਇਹ ਨਾਮ ਭਰਤ ਨਾਂ ਦੇ ਲੋਕਾਂ ਦੇ ਇੱਕ ਸਮੂਹ ਤੇ ਰੱਖਿਆ ਗਿਆ ਸੀ। ਅੱਛਾ, ਖੇਤੀਬਾੜੀ ਦੀ ਗੱਲ ਤਾਂ ਹੋ ਗਈ, ਪਰ ਉਸ ਤੋਂ ਪਹਿਲਾਂ ਦੇ ਲੰਬੇ ਸਮੇਂ ਦਾ ਕੀ? ਉਸ ਯੁੱਗ ਦਾ ਜਦੋਂ ਇਨਸਾਨ ਦਾ ਸਭ ਤੋਂ ਵੱਡਾ ਸਾਥੀ ਪੱਥਰ ਸੀ। ਆਪਾਂ ਗੱਲ ਕਰ ਰਹੇ ਹਾਂ ਪਾਸ਼ਾਣ ਯੁੱਗ ਦੀ, ਯਾਨੀ ਇੰਗਲਿਸ਼ ਵਿੱਚ ਦ ਸਟੋਨ ਏਜ। ਇਹ ਨਾਮ ਕਿਉਂ? ਕਿਉਂਕਿ ਉਸ ਵੇਲੇ ਦੇ ਸਾਰੇ ਔਜ਼ਾਰ, ਸਾਰੇ ਹਥਿਆਰ ਜ਼ਿਆਦਾਤਰ ਪੱਥਰ ਦੇ ਹੀ ਬਣਦੇ ਸਨ। ਤੇ ਇਹ ਯੁੱਗ ਇੰਨਾ ਲੰਬਾ ਹੈ ਕਿ ਇਸ ਨੂੰ ਸੌਖਾ ਸਮਝਣ ਲਈ ਆਪਾਂ ਇਸ ਨੂੰ 3 ਹਿੱਸਿਆਂ ਵਿੱਚ ਵੰਡ ਲੈਂਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਪੂਰਾ ਪਾਸ਼ਾਣ ਕਾਲ, ਯਾਨੀ ਪੈਲਿਓਲਿਥਿਕ ਪੀਰੀਅਡ। ਇਹ ਸਭ ਤੋਂ ਲੰਬਾ ਦੌਰ ਹੈ, ਇੰਨਾ ਲੰਬਾ ਕਿ ਸਾਡੇ ਪੂਰੇ ਇਤਿਹਾਸ ਦਾ 99% ਸਮਾਂ ਇਸੇ ਵਿੱਚ ਗੁਜ਼ਰਿਆ ਹੈ। ਸੋਚੋ। ਫਿਰ ਆਇਆ ਮੱਧ ਪਾਸ਼ਾਣ ਕਾਲ ਜਾਂ ਮੀਜ਼ੋਲਿਥਿਕ ਪੀਰੀਅਡ। ਇਹ ਇੱਕ ਤਰ੍ਹਾਂ ਦਾ ਟ੍ਰਾਂਜੀਸ਼ਨ ਪੀਰੀਅਡ ਸੀ। ਮੌਸਮ ਬਦਲ ਰਿਹਾ ਸੀ, ਥੋੜਾ ਗਰਮ ਹੋ ਰਿਹਾ ਸੀ ਤੇ ਇਨਸਾਨ ਦੇ ਔਜ਼ਾਰ ਵੀ ਬਦਲ ਰਹੇ ਸਨ, ਛੋਟੇ ਤੇ ਤਿੱਖੇ ਹੋ ਰਹੇ ਸਨ। ਇਹਨਾਂ ਨੂੰ ਕਹਿੰਦੇ ਨੇ ਮਾਈਕਰੋਲਿਥ ਯਾਨੀ ਮਾਈਕਰੋਲਿਥਸ। ਤੇ ਅਖੀਰ ਵਿੱਚ ਆਇਆ ਨਵ ਪਾਸ਼ਾਣ ਕਾਲ ਯਾਨੀ ਨਿਓਲਿਥਿਕ ਪੀਰੀਅਡ। ਇਹ ਉਹ ਦੌਰ ਹੈ ਜਿੱਥੇ ਖੇਤੀ ਦੀ ਸ਼ੁਰੂਆਤ ਹੁੰਦੀ ਹੈ ਤੇ ਇਨਸਾਨੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ। ਹੁਣ ਜਦੋਂ ਅਸੀਂ ਨਿਓਲਿਥਿਕ ਪੀਰੀਅਡ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਬੂਤ ਕਿੱਥੋਂ ਮਿਲਦੇ ਹਨ? ਕੁਝ ਥਾਵਾਂ ਬਹੁਤ ਖਾਸ ਨੇ, ਖਾਸ ਕਰਕੇ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਜਿਵੇਂ ਮਿਹਰਗੜ੍ਹ ਜੋ ਅੱਜ ਪਾਕਿਸਤਾਨ 'ਚ ਹੈ। ਇੱਥੇ ਸਾਨੂੰ ਨਾ ਸਿਰਫ ਕਣਕ ਤੇ ਜੌਂ ਦੇ ਸਬੂਤ ਮਿਲੇ, ਸਗੋਂ ਇੱਕ ਕਬਰ ਵਿੱਚ ਇਨਸਾਨ ਦੇ ਨਾਲ ਇੱਕ ਬੱਕਰੀ ਨੂੰ ਦਫਨਾਇਆ ਹੋਇਆ ਮਿਲਿਆ।
ਇਹ ਦੱਸਦਾ ਹੈ ਕਿ ਸ਼ਾਇਦ ਉਹ ਮੌਤ ਤੋਂ ਬਾਅਦ ਦੀ ਜ਼ਿੰਦਗੀ 'ਚ ਵਿਸ਼ਵਾਸ ਕਰਦੇ ਸਨ। ਇਸੇ ਤਰ੍ਹਾਂ ਕਸ਼ਮੀਰ ਦੇ ਬੁਰਜ਼ਹੋਮ 'ਚ ਜ਼ਮੀਨ ਦੇ ਹੇਠਾਂ ਬਣੇ ਘਰ ਮਿਲੇ ਨੇ, ਜਿਨ੍ਹਾਂ ਨੂੰ ਗਰਤਵਾਸ ਜਾਂ ਪਿਟ ਹਾਊਸਿਸ ਕਹਿੰਦੇ ਨੇ। ਜ਼ਾਹਿਰ ਹੈ ਠੰਡ ਤੋਂ ਬਚਣ ਲਈ ਬਣਾਏ ਹੋਣਗੇ। ਪਿੰਡ ਵਸ ਗਏ, ਖੇਤੀ ਸ਼ੁਰੂ ਹੋ ਗਈ। ਹੁਣ ਅੱਗੇ ਕੀ? ਹੁਣ ਵਾਰੀ ਸੀ ਸ਼ਹਿਰਾਂ ਦੀ, ਤੇ ਕੋਈ ਐਵੇਂ-ਟੈਵੇਂ ਸ਼ਹਿਰ ਨਹੀਂ, ਸਾਡੇ ਉਪ ਮਹਾਦੀਪ ਦੇ ਪਹਿਲੇ ਵੈਲ ਪਲਾਨਡ ਸ਼ਹਿਰ। ਆਪਾਂ ਗੱਲ ਕਰ ਰਹੇ ਹਾਂ ਹੜੱਪਾ ਸੱਭਿਅਤਾ ਦੀ, ਜਿਸ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਅੱਜ ਤੋਂ ਲਗਭਗ 4700 ਸਾਲ ਪਹਿਲਾਂ ਦੀ ਗੱਲ ਹੈ, ਤੇ ਇਹ ਸ਼ਹਿਰ ਉਸ ਜ਼ਮਾਨੇ ਦੇ ਹਿਸਾਬ ਨਾਲ ਕਿਸੇ ਅਜੂਬੇ ਤੋਂ ਘੱਟ ਨਹੀਂ ਸਨ। ਇਹਨਾਂ ਸ਼ਹਿਰਾਂ ਦੀ ਸਭ ਤੋਂ ਖਾਸ ਗੱਲ ਪਤਾ ਕੀ ਸੀ? ਇਹਨਾਂ ਦਾ ਡਿਜ਼ਾਈਨ। ਸ਼ਹਿਰਾਂ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ। ਇੱਕ ਹਿੱਸਾ ਸੀ ਪੱਛਮ 'ਚ, ਥੋੜਾ ਉੱਚਾ ਤੇ ਛੋਟਾ। ਇਸ ਨੂੰ ਕਹਿੰਦੇ ਸੀ ਨਗਰ ਦੁਰਗ ਜਾਂ ਸਿਟਾਡੈਲ। ਮੰਨਿਆ ਜਾਂਦਾ ਹੈ ਕਿ ਇੱਥੇ ਖਾਸ ਲੋਕ, ਸ਼ਾਇਦ ਰਾਜਾ ਜਾਂ ਪੁਜਾਰੀ ਰਹਿੰਦੇ ਹੋਣਗੇ। ਦੂਜਾ ਹਿੱਸਾ ਸੀ ਪੂਰਬ 'ਚ, ਥੋੜਾ ਨੀਵਾਂ ਪਰ ਵੱਡਾ। ਇਸ ਨੂੰ ਨਿਚਲਾ ਨਗਰ ਜਾਂ ਲੋਅਰ ਟਾਊਨ ਕਹਿੰਦੇ ਸੀ, ਜਿੱਥੇ ਆਮ ਜਨਤਾ ਵਸਦੀ ਸੀ। ਤੇ ਮਜ਼ੇ ਦੀ ਗੱਲ, ਦੋਵਾਂ ਹਿੱਸਿਆਂ ਦੇ ਦੁਆਲੇ ਪੱਕੀਆਂ ਇੱਟਾਂ ਦੀ ਮਜ਼ਬੂਤ ਕੰਧ ਹੁੰਦੀ ਸੀ। ਹੜੱਪਾ ਦੇ ਲੋਕਾਂ ਦੀ ਜ਼ਿੰਦਗੀ ਨੂੰ ਜੇਕਰ ਨੇੜਿਓਂ ਦੇਖੀਏ ਤਾਂ ਬੜੀ ਹੈਰਾਨੀ ਹੁੰਦੀ ਹੈ। ਮੋਹਨਜੋਦੜੋ ਵਿੱਚ ਮਿਲਿਆ ਮਹਾਨ ਇਸ਼ਨਾਨ ਘਰ, ਦ ਗ੍ਰੇਟ ਬਾਥ, ਉਹਨਾਂ ਦੀ ਇੰਜੀਨੀਅਰਿੰਗ ਸਕਿੱਲਸ ਦਾ ਸਬੂਤ ਹੈ। ਪਾਣੀ ਨੂੰ ਰੋਕਣ ਲਈ ਚਾਰਕੋਲ ਦੇ ਪਰਤ ਤੱਕ ਵਰਤੀ ਗਈ ਸੀ। ਫਿਰ ਕਾਲੀਬੰਗਨ ਤੇ ਲੋਥਲ ਵਰਗੀਆਂ ਥਾਵਾਂ ਤੇ ਅਗਨੀਕੁੰਡ ਯਾਨੀ ਫਾਇਰ ਆਲਟਰਸ ਮਿਲੇ ਨੇ। ਪਰ ਸਭ ਤੋਂ ਵੱਡੀ ਗੱਲ ਸਟੈਂਡਰਡਾਈਜੇਸ਼ਨ। ਪੂਰੀ ਸਭਿਅਤਾ ਵਿੱਚ ਇੱਕੋ ਜਿਹੇ ਵੱਟੇ ਵਰਤੇ ਜਾਂਦੇ ਸਨ, ਜੋ ਚਰਟ ਪੱਥਰ ਦੇ ਬਣੇ ਸੀ। ਇਹ ਦੱਸਦਾ ਹੈ ਕਿ ਉਹਨਾਂ ਦਾ ਸਿਸਟਮ ਕਿੰਨਾ ਆਰਗੇਨਾਈਜ਼ਡ ਸੀ। ਤਾਂ ਕੀ ਹੜੱਪਾ ਦੇ ਲੋਕ ਸਿਰਫ ਆਪਣੇ ਇਲਾਕੇ ਤੱਕ ਹੀ ਸੀਮਿਤ ਸਨ? ਬਿਲਕੁਲ ਨਹੀਂ। ਉਹਨਾਂ ਦਾ ਵਪਾਰ ਯਾਨੀ ਟ੍ਰੇਡ ਦੂਰ-ਦੂਰ ਤੱਕ ਫੈਲਿਆ ਹੋਇਆ ਸੀ। ਦੇਖੋ, ਤਾਂਬਾ ਉਹ ਰਾਜਸਥਾਨ ਤੋਂ ਮੰਗਵਾਉਂਦੇ ਸਨ, ਤੇ ਇੱਥੋਂ ਤੱਕ ਕਿ ਓਮਾਨ ਤੋਂ ਵੀ। ਟਿਨ ਅਫਗਾਨਿਸਤਾਨ ਤੋਂ ਆਂਦਾ ਸੀ, ਤੇ ਸੋਨਾ ਸਾਡੇ ਦੱਖਣ ਭਾਰਤ, ਕਰਨਾਟਕ ਤੋਂ। ਮਤਲਬ ਕਿ ਉਹਨਾਂ ਦਾ ਇੱਕ ਪੂਰਾ ਇੰਟਰਨੈਸ਼ਨਲ ਟ੍ਰੇਡ ਨੈਟਵਰਕ ਸੀ। ਕਹਿੰਦੇ ਨੇ ਕਿ ਬਦਲਾਅ ਹੀ ਕੁਦਰਤ ਦਾ ਨਿਯਮ ਹੈ। ਹੜੱਪਾ ਦੇ ਸ਼ਹਿਰ ਹੌਲੀ-ਹੌਲੀ ਖਤਮ ਹੋ ਗਏ, ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਹੁਣ ਇੱਕ ਨਵਾਂ ਦੌਰ ਸ਼ੁਰੂ ਹੋਇਆ, ਜਿਸ ਨੂੰ ਅਸੀਂ ਵੈਦਿਕ ਯੁੱਗ, ਦ ਵੈਦਿਕ ਏਜ ਦੇ ਨਾਮ ਨਾਲ ਜਾਣਦੇ ਹਾਂ। ਇਸ ਦੌਰ ਵਿੱਚ ਨਵੇਂ ਸਮਾਜ ਬਣੇ ਤੇ ਨਵੀਆਂ ਪਰੰਪਰਾਵਾਂ ਸ਼ੁਰੂ ਹੋਈਆਂ। ਹੁਣ ਇਸ ਦੌਰ ਬਾਰੇ ਸਾਨੂੰ ਪਤਾ ਕਿੱਥੋਂ ਲੱਗਦਾ ਹੈ? ਇਸ ਵਾਰ ਸਾਡੇ ਕੋਲ ਖੰਡਰ ਨਹੀਂ, ਸਗੋਂ ਇੱਕ ਕਿਤਾਬ ਹੈ, ਇੱਕ ਬਹੁਤ ਖਾਸ ਗ੍ਰੰਥ, ਰਿਗਵੇਦ। ਇਹ ਸਾਡਾ ਸਭ ਤੋਂ ਪੁਰਾਣਾ ਵੇਦ ਹੈ, ਜੋ ਲਗਭਗ 3500 ਸਾਲ ਪਹਿਲਾਂ ਰਚਿਆ ਗਿਆ ਸੀ। ਇਸ ਵਿੱਚ 1000 ਤੋਂ ਵੀ ਵੱਧ ਭਜਨ ਨੇ, ਜਿਨ੍ਹਾਂ ਨੂੰ ਸੂਕਤ ਕਿਹਾ ਜਾਂਦਾ ਹੈ, ਤੇ ਇਹ ਵੈਦਿਕ ਸੰਸਕ੍ਰਿਤ 'ਚ ਲਿਖੇ ਗਏ ਨੇ। ਅੱਛਾ, ਜਿਸ ਵੇਲੇ ਉੱਤਰ ਭਾਰਤ ਵਿੱਚ ਵੇਦਾਂ ਦੀ ਰਚਨਾ ਹੋ ਰਹੀ ਸੀ, ਉਸੇ ਵੇਲੇ ਦੱਖਣ ਵਿੱਚ ਇੱਕ ਵੱਖਰੀ ਹੀ ਚੀਜ਼ ਹੋ ਰਹੀ ਸੀ। ਉੱਥੇ ਇੱਕ ਰਿਵਾਜ ਸੀ ਮਹਾਪਾਸ਼ਾਣ ਦਾ, ਇੰਗਲਿਸ਼ ਵਿੱਚ ਮੈਗਲਿਥਸ। ਇਹ ਕੀ ਸਨ? ਇਹ ਅਸਲ ਵਿੱਚ ਵੱਡੇ-ਵੱਡੇ ਪੱਥਰ ਸਨ, ਜਿਨ੍ਹਾਂ ਨਾਲ ਕਬਰਾਂ ਨੂੰ ਨਿਸ਼ਾਨਬੱਧ ਕੀਤਾ ਜਾਂਦਾ ਸੀ। ਤੇ ਇਹ ਕਬਰਾਂ ਸਾਨੂੰ ਉਸ ਸਮੇਂ ਦੇ ਸਮਾਜ ਬਾਰੇ ਬਹੁਤ ਕੁਝ ਦੱਸਦੀਆਂ ਨੇ। ਜਿਵੇਂ ਕਿਸੇ ਇੱਕ ਕਬਰ 'ਚੋਂ ਤਾਂ 33 ਸੋਨੇ ਦੇ ਮਣਕੇ ਮਿਲੇ, ਤੇ ਦੂਜੀ 'ਚੋਂ ਸਿਰਫ ਮਿੱਟੀ ਦੇ ਭਾਂਡੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਅਮੀਰੀ-ਗਰੀਬੀ ਦਾ ਫਰਕ ਯਾਨੀ ਸੋਸ਼ਲ ਡਿਫਰੈਂਸਿਸ ਆ ਚੁੱਕਾ ਸੀ। ਇਸੇ ਦੌਰਾਨ ਰਾਜਨੀਤੀ ਵੀ ਬਦਲ ਰਹੀ ਸੀ। ਸ਼ੁਰੂਆਤ 'ਚ ਲੋਕ ਕਬੀਲਿਆਂ 'ਚ ਰਹਿੰਦੇ ਸਨ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਜਨ। ਫਿਰ ਜਦੋਂ ਜਨ ਦੇ ਲੋਕਾਂ ਨੇ ਇੱਕ ਥਾਂ ਤੇ ਪੈਰ ਟਿਕਾ ਲਏ, ਤਾਂ ਉਹ ਥਾਂ ਬਣ ਗਈ ਜਨਪਦ। ਤੇ ਫਿਰ ਜਦੋਂ ਇਨ੍ਹਾਂ ਜਨਪਦਾਂ ਵਿੱਚੋਂ ਕੁਝ ਬਹੁਤ ਜ਼ਿਆਦਾ ਤਾਕਤਵਰ ਹੋ ਗਏ, ਉਹਨਾਂ ਨੇ ਆਪਣੀਆਂ ਰਾਜਧਾਨੀਆਂ ਬਣਾਈਆਂ, ਫੌਜਾਂ ਰੱਖੀਆਂ ਤੇ ਲੋਕਾਂ ਤੋਂ ਟੈਕਸ ਲੈਣਾ ਸ਼ੁਰੂ ਕੀਤਾ, ਤਾਂ ਉਹ ਬਣ ਗਈ ਮਹਾਜਨਪਦ ਯਾਨੀ ਮਹਾਜਨਪਦਾਜ਼। ਇਹ ਇੱਕ ਤਰ੍ਹਾਂ ਨਾਲ ਛੋਟੇ ਰਾਜਾਂ ਦਾ ਜਨਮ ਸੀ। ਜਦੋਂ ਸਮਾਜ ਵਿੱਚ ਇੰਨੇ ਬਦਲਾਅ ਆ ਰਹੇ ਹੋਣ, ਤਾਂ ਲੋਕਾਂ ਦੇ ਵਿਚਾਰਾਂ ਵਿੱਚ ਵੀ ਹਲਚਲ ਹੁੰਦੀ ਹੈ। ਲੋਕ ਜ਼ਿੰਦਗੀ ਦੇ ਮਤਲਬ ਬਾਰੇ ਸੋਚਦੇ ਨੇ। ਇਹੀ ਉਹ ਦੌਰ ਸੀ ਜਦੋਂ ਦੋ ਮਹਾਨ ਵਿਚਾਰਧਾਰਾਵਾਂ ਸਾਹਮਣੇ ਆਈਆਂ, ਬੁੱਧ ਧਰਮ ਤੇ ਜੈਨ ਧਰਮ। ਤੇ ਨਾਲ ਹੀ ਭਾਰਤ ਨੇ ਆਪਣਾ ਪਹਿਲਾ ਵੱਡਾ ਸਾਮਰਾਜ ਦੇਖਿਆ, ਮੌਰਿਆ ਸਾਮਰਾਜ। ਤਾਂ ਆਓ ਬੁੱਧ ਧਰਮ ਤੇ ਜੈਨ ਧਰਮ ਦੇ ਮੁੱਖ ਵਿਚਾਰਾਂ ਨੂੰ ਦੇਖੀਏ। ਮਹਾਤਮਾ ਬੁੱਧ ਨੇ ਕਿਹਾ ਕਿ ਸਾਡੇ ਸਾਰੇ ਦੁੱਖਾਂ ਦਾ ਕਾਰਨ ਹੈ ਤ੍ਰਿਸ਼ਨਾ, ਯਾਨੀ ਸਾਡੀਆਂ ਇੱਛਾਵਾਂ। ਜੇ ਇੱਛਾਵਾਂ ਤੇ ਕਾਬੂ ਪਾ ਲਿਆ ਤਾਂ ਦੁੱਖ ਖਤਮ। ਦੂਜੇ ਪਾਸੇ ਮਹਾਵੀਰ ਸਵਾਮੀ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਅਹਿੰਸਾ ਤੇ, ਯਾਨੀ ਕਿਸੇ ਵੀ ਜੀਵ ਨੂੰ ਦੁੱਖ ਨਾ ਪਹੁੰਚਾਉਣਾ। ਇੱਕ ਗੱਲ ਦੋਵਾਂ ਵਿੱਚ ਸਾਂਝੀ ਸੀ, ਦੋਵਾਂ ਨੇ ਆਪਣੀਆਂ ਸਿੱਖਿਆਵਾਂ ਆਮ ਲੋਕਾਂ ਦੀ ਬੋਲੀ ਪ੍ਰਾਕ੍ਰਿਤ ਵਿੱਚ ਦਿੱਤੀਆਂ ਤਾਂ ਕਿ ਹਰ ਕੋਈ ਸਮਝ ਸਕੇ। ਹੁਣ ਗੱਲ ਕਰਦੇ ਹਾਂ ਉਸ ਪਹਿਲੇ ਮਹਾਨ ਸਾਮਰਾਜ ਦੀ, ਮੌਰਿਆ ਸਾਮਰਾਜ, ਤੇ ਇਸ ਦੇ ਸਭ ਤੋਂ ਮਸ਼ਹੂਰ ਰਾਜੇ ਅਸ਼ੋਕ ਦੀ। ਅਸ਼ੋਕ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੁਨੀਆ ਦੇ ਇਤਿਹਾਸ ਦਾ
ਇੱਕ ਲੌਤਾ ਅਜਿਹਾ ਰਾਜਾ ਸੀ ਜਿਸ ਨੇ ਇੱਕ ਭਿਆਨਕ ਜੰਗ ਜਿੱਤਣ ਤੋਂ ਬਾਅਦ ਹਮੇਸ਼ਾ ਲਈ ਲੜਾਈ ਦਾ ਰਾਹ ਹੀ ਛੱਡ ਦਿੱਤਾ। ਕਲਿੰਗ ਦੀ ਲੜਾਈ ਨੇ ਅਸ਼ੋਕ ਦਾ ਦਿਲ ਬਦਲ ਕੇ ਰੱਖ ਦਿੱਤਾ। ਉਸਨੇ ਤਲਵਾਰ ਛੱਡ ਕੇ ਧੰਮ ਦਾ ਰਾਹ ਫੜ ਲਿਆ। ਹੁਣ ਇਹ ਧੰਮ ਯਾਨੀ ਧੰਮਾ ਕੀ ਸੀ? ਇੱਕ ਗੱਲ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ। ਇਹ ਕੋਈ ਧਰਮ ਨਹੀਂ ਸੀ, ਇਹ ਇੱਕ ਨੈਤਿਕ ਸਿਧਾਂਤ ਸੀ, ਅ ਮੋਰਲ ਕੋਡ। ਇਸ ਵਿੱਚ ਕੀ ਸੀ? ਵੱਡਿਆਂ ਦਾ ਸਤਿਕਾਰ ਕਰਨਾ, ਜਾਨਵਰਾਂ ਤੇ ਦਇਆ ਕਰਨੀ, ਦੂਜੇ ਧਰਮਾਂ ਦੀ ਇੱਜ਼ਤ ਕਰਨੀ ਤੇ ਆਪਣੇ ਸੰਦੇਸ਼ ਨੂੰ ਫੈਲਾਉਣ ਲਈ ਉਸਨੇ ਖਾਸ ਅਫਸਰ ਵੀ ਰੱਖੇ ਜਿਨ੍ਹਾਂ ਨੂੰ ਧੰਮ ਮਹਾਮਤ ਕਿਹਾ ਜਾਂਦਾ ਸੀ। ਚਲੋ ਜੀ, ਹੁਣ ਆਪਾਂ ਆਪਣੇ ਸਫ਼ਰ ਦੇ ਆਖਰੀ ਪਰ ਸ਼ਾਇਦ ਸਭ ਤੋਂ ਸ਼ਾਨਦਾਰ ਪੜਾਅ ਤੇ ਆ ਗਏ ਹਾਂ। ਇਹ ਉਹ ਦੌਰ ਹੈ ਜਿਸ ਨੂੰ ਭਾਰਤ ਦਾ ਕਲਾਸਿਕਲ ਏਜ ਕਿਹਾ ਜਾਂਦਾ ਹੈ। ਇਸ ਸਮੇਂ ਵੱਡੇ-ਵੱਡੇ ਸਾਮਰਾਜ ਸਨ, ਵਪਾਰ ਸਿਖਰਾਂ ਤੇ ਸੀ ਤੇ ਵਿਗਿਆਨ, ਕਲਾ, ਸਾਹਿਤ ਹਰ ਪਾਸੇ ਕਮਾਲ ਦੀ ਤਰੱਕੀ ਹੋ ਰਹੀ ਸੀ। ਇਸ ਦੌਰ 'ਚ ਕਈ ਵੱਡੇ-ਵੱਡੇ ਰਾਜਵੰਸ਼ ਆਏ, ਜਿਵੇਂ ਕੁਸ਼ਾਣ, ਜਿਨ੍ਹਾਂ ਨੇ ਮਸ਼ਹੂਰ ਸਿਲਕ ਰੂਟ ਤੇ ਕਬਜ਼ਾ ਕੀਤਾ ਤੇ ਭਾਰਤ 'ਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਚਲਾਏ। ਫਿਰ ਆਏ ਗੁਪਤ, ਜਿਨ੍ਹਾਂ ਦੇ ਰਾਜ ਨੂੰ ਭਾਰਤ ਦਾ ਸੁਨਹਿਰੀ ਯੁੱਗ ਜਾਂ ਗੋਲਡਨ ਏਜ ਕਿਹਾ ਜਾਂਦਾ ਹੈ। ਫਿਰ ਹਰਸ਼ਵਰਧਨ ਵਰਗੇ ਰਾਜੇ ਹੋਏ, ਜਿਨ੍ਹਾਂ ਨੂੰ ਦੱਖਣ ਦੇ ਚਾਲੁਕਿਆ ਰਾਜੇ ਪੁਲਕੇਸ਼ਨ ਦੂਜੇ ਨੇ ਨਰਮਦਾ ਨਦੀ ਤੇ ਰੋਕਿਆ ਸੀ। ਹਰ ਕਿਸੇ ਦੀ ਆਪਣੀ ਇੱਕ ਖਾਸ ਦੇਣ ਸੀ। ਤਾਂ ਇਸ ਸੁਨਹਿਰੀ ਯੁੱਗ 'ਚ ਹੋਇਆ ਕੀ? ਕੁਝ ਮਿਸਾਲਾਂ ਦੇਖਦੇ ਹਾਂ। ਦਿੱਲੀ ਦਾ ਮਹਿਰੌਲੀ ਆਇਰਨ ਪਿਲਰ, ਜੋ 1500 ਸਾਲਾਂ ਤੋਂ ਬਿਨਾਂ ਜੰਗ ਲੱਗੇ ਖੜਾ ਹੈ, ਇਹ ਸਾਡੀ ਮੈਟਲਰਜੀ ਦੀ ਕਲਾ ਦਾ ਸਬੂਤ ਹੈ। ਆਰਿਆ ਭੱਟ ਨੇ ਦੱਸਿਆ ਕਿ ਧਰਤੀ ਆਪਣੀ ਧੁਰੀ ਤੇ ਘੁੰਮਦੀ ਹੈ ਤੇ ਗ੍ਰਹਿਣ ਕਿਉਂ ਲੱਗਦੇ ਨੇ। ਤੇ ਸਭ ਤੋਂ ਵੱਡੀ ਖੋਜ, ਸਿਫਰ ਯਾਨੀ ਜ਼ੀਰੋ, ਜਿਸ ਨੇ ਪੂਰੀ ਦੁਨੀਆ ਦੇ ਗਣਿਤ ਨੂੰ ਬਦਲ ਦਿੱਤਾ। ਇਹ ਸਭ ਕੁਝ ਇਸੇ ਦੌਰ ਵਿੱਚ ਹੋਇਆ। ਤਾਂ ਇਹ ਸੀ ਸਾਡੇ ਅਤੀਤ ਦੀ ਇੱਕ ਝਲਕ, ਇੱਕ ਸ਼ਿਕਾਰੀ ਸੰਗ੍ਰਾਹਕ ਤੋਂ ਲੈ ਕੇ ਵੱਡੇ-ਵੱਡੇ ਸਾਮਰਾਜਿਆਂ ਤੱਕ ਦਾ ਸਫ਼ਰ। ਆਪਾਂ ਦੇਖਿਆ ਕਿ ਕਿਵੇਂ ਸਮੇਂ ਦੇ ਨਾਲ ਸਭ ਕੁਝ ਬਦਲਿਆ, ਪਰ ਜਦੋਂ ਅਸੀਂ ਇਸ ਸਾਰੀ ਕਹਾਣੀ ਨੂੰ ਸਮਝਦੇ ਹਾਂ ਤਾਂ ਤੱਥ ਯਾਦ ਕਰਨੇ ਸੌਖੇ ਹੋ ਜਾਂਦੇ ਨੇ। ਹੁਣ ਅੰਤ ਵਿੱਚ ਇੱਕ ਸਵਾਲ ਤੁਹਾਡੇ ਸੋਚਣ ਲਈ, ਇੰਨੇ ਹਜ਼ਾਰਾਂ ਸਾਲਾਂ ਦੇ ਬਦਲਾਵ ਤੋਂ ਬਾਅਦ ਵੀ ਕੀ ਕੋਈ ਅਜਿਹੀ ਪਰੰਪਰਾ ਜਾਂ ਕੋਈ ਅਜਿਹਾ ਵਿਚਾਰ ਹੈ ਜੋ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਚੱਲਦਾ ਆ ਰਿਹਾ ਹੈ? ਜ਼ਰੂਰ ਸੋਚਿਓ। ਇਸੇ ਸਵਾਲ ਦਾ ਜਵਾਬ ਸਾਨੂੰ ਸਾਡੇ ਅਤੀਤ ਨਾਲ ਜੋੜਦਾ ਹੈ। ਸਤਿ ਸ੍ਰੀ ਅਕਾਲ। ਅੱਜ ਅਸੀਂ ਮੱਧਕਾਲੀ ਭਾਰਤ ਦੇ ਇਤਿਹਾਸ ਦੇ 1000 ਸਾਲਾਂ ਦੇ ਸਫ਼ਰ ਤੇ ਚੱਲਾਂਗੇ, ਯਾਨੀ 700 ਈਸਵੀ ਤੋਂ ਲੈ ਕੇ 1750 ਈਸਵੀ ਤੱਕ। ਪਰ ਗੱਲ ਸਿਰਫ ਇਹ ਜਾਣਨ ਦੀ ਨਹੀਂ ਹੈ ਕਿ ਕੀ ਹੋਇਆ। ਅਸੀਂ ਇਸ ਤੋਂ ਵੀ ਡੂੰਘਾਈ ਵਿੱਚ ਜਾ ਕੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਹੋਇਆ ਉਹ ਆਖਰ ਹੋਇਆ ਕਿਉਂ। ਹਰ ਘਟਨਾ ਪਿੱਛੇ ਦਾ ਕਾਰਨ ਲੱਭਾਂਗੇ। ਚਲੋ ਸ਼ੁਰੂਆਤ ਇੱਕ ਬਹੁਤ ਹੀ ਦਿਲਚਸਪ ਚੀਜ਼ ਨਾਲ ਕਰਦੇ ਹਾਂ, 2 ਨਕਸ਼ੇ। ਜ਼ਰਾ ਸੋਚੋ, 1154 ਵਿੱਚ ਅਰਬ ਦੇ ਇੱਕ ਭੂਗੋਲ ਵਿਗਿਆਨੀ ਅਲ ਇਦਰੀਸੀ ਨੇ ਭਾਰਤ ਦਾ ਇੱਕ ਨਕਸ਼ਾ ਬਣਾਇਆ। ਪਰ ਉਸ ਵਿੱਚ ਇੱਕ ਅਜੀਬ ਗੱਲ ਸੀ। ਦੱਖਣੀ ਭਾਰਤ ਉੱਪਰ ਸੀ, ਜਿੱਥੇ ਅੱਜ ਅਸੀਂ ਉੱਤਰੀ ਭਾਰਤ ਨੂੰ ਦੇਖਦੇ ਹਾਂ, ਅਤੇ ਥਾਵਾਂ ਦੇ ਨਾਮ ਅਰੇਬੀ ਵਿੱਚ ਸਨ। ਫਿਰ ਲਗਭਗ 600 ਸਾਲ ਬਾਅਦ 1720 ਦੇ ਦਹਾਕੇ ਵਿੱਚ ਇੱਕ ਫਰਾਂਸੀਸੀ ਨਕਸ਼ਾ ਨਵੀਸ ਨੇ ਨਕਸ਼ਾ ਬਣਾਇਆ ਜੋ ਬਿਲਕੁਲ ਅੱਜ ਦੇ ਨਕਸ਼ੇ ਵਰਗਾ ਸੀ। ਇਹ ਸਿਰਫ ਤਕਨਾਲੋਜੀ ਦਾ ਫਰਕ ਨਹੀਂ ਸੀ, ਇਹ ਨਜ਼ਰੀਏ ਅਤੇ ਮਕਸਦ ਦਾ ਫਰਕ ਸੀ। ਦੂਜਾ ਨਕਸ਼ਾ ਯੂਰਪੀ ਮੱਲਾਹਾਂ ਅਤੇ ਵਪਾਰੀਆਂ ਲਈ ਬਣਾਇਆ ਗਿਆ ਸੀ, ਇਸ ਲਈ ਉਸ ਵਿੱਚ ਤਟਵਰਤੀ ਇਲਾਕਿਆਂ ਨੂੰ ਬਹੁਤ ਵਿਸਤਾਰ ਨਾਲ ਦਿਖਾਇਆ ਗਿਆ ਸੀ। ਅਤੇ ਸਿਰਫ ਨਕਸ਼ੇ ਹੀ ਨਹੀਂ ਬਦਲੇ, ਸ਼ਬਦਾਂ ਦੇ ਅਰਥ ਵੀ ਬਦਲ ਗਏ। ਜਿਵੇਂ ਹਿੰਦੁਸਤਾਨ ਸ਼ਬਦ ਨੂੰ ਹੀ ਲੈ ਲਿਓ। 13ਵੀਂ ਸਦੀ ਵਿੱਚ ਜਦੋਂ ਮਿਨਹਾਜ-ਏ-ਸਿਰਾਜ ਨੇ ਇਹ ਸ਼ਬਦ ਵਰਤਿਆ ਤਾਂ ਉਸ ਦਾ ਮਤਲਬ ਸਿਰਫ ਪੰਜਾਬ, ਹਰਿਆਣਾ ਅਤੇ ਗੰਗਾ ਯਮੁਨਾ ਦੇ ਵਿਚਕਾਰ ਦੇ ਇਲਾਕਿਆਂ ਤੋਂ ਸੀ। ਇਹ ਇੱਕ ਸਿਆਸੀ ਸ਼ਬਦ ਸੀ ਜੋ ਦਿੱਲੀ ਸਲਤਨਤ ਤੇ ਕੰਟਰੋਲ ਵਾਲੇ ਖੇਤਰ ਨੂੰ ਦਰਸਾਉਂਦਾ ਸੀ। ਪਰ 16ਵੀਂ ਸਦੀ ਵਿੱਚ ਜਦੋਂ ਬਾਬਰ ਨੇ ਹਿੰਦੁਸਤਾਨ ਕਿਹਾ ਤਾਂ ਉਸ ਦਾ ਮਤਲਬ ਪੂਰੇ ਉਪ-ਮਹਾਦੀਪ ਦੇ ਭੂਗੋਲ, ਇੱਥੋਂ ਦੇ ਜਾਨਵਰਾਂ ਅਤੇ ਲੋਕਾਂ ਦੇ ਸੱਭਿਆਚਾਰ ਤੋਂ ਸੀ। ਤਾਂ ਦੇਖਿਆ ਕਿਵੇਂ ਇੱਕੋ ਸ਼ਬਦ ਦਾ ਅਰਥ ਸਮੇਂ ਨਾਲ ਪੂਰੀ ਤਰ੍ਹਾਂ ਬਦਲ ਗਿਆ। ਤਾਂ ਆ ਹੈ ਸਾਡੇ ਇਸ ਸਫ਼ਰ ਦਾ ਰੋਡ ਮੈਪ। ਅਸੀਂ ਇੱਕ ਬਦਲਦੀ ਦੁਨੀਆ, ਸ਼ੁਰੂਆਤੀ ਰਾਜਾਂ, ਦਿੱਲੀ ਸਲਤਨਤ ਦੇ ਦੌਰ, ਮੁਗਲਾਂ ਦੀ ਪ੍ਰਸ਼ਾਸਨਿਕ ਮਸ਼ੀਨ, ਉਸ ਸਮੇਂ ਦੇ ਸਮਾਜ ਅਤੇ ਵਪਾਰ, ਅਤੇ ਅੰਤ ਵਿੱਚ ਸਾਮਰਾਜ ਦੇ ਪਤਨ ਬਾਰੇ ਗੱਲ ਕਰਾਂਗੇ। ਤਾਂ ਸਾਡਾ ਪਹਿਲਾ ਪੜਾਅ ਇੱਕ ਬਦਲਦੀ ਹੋਈ ਦੁਨੀਆ। ਦੇਖੋ, ਉਸ ਦੌਰ ਦੇ ਇਤਿਹਾਸ ਨੂੰ ਸਮਝਣਾ ਇੰਨਾ ਸੌਖਾ ਨਹੀਂ ਹੈ, ਕਿਉਂਕਿ ਉਸ ਸਮੇਂ ਪ੍ਰਿੰਟਿੰਗ ਪ੍ਰੈਸ ਤਾਂ ਸੀ ਨਹੀਂ। ਤਾਂ ਕਿਤਾਬਾਂ ਦੀਆਂ ਕਾਪੀਆਂ ਕਿਵੇਂ ਬਣਦੀਆਂ ਸਨ? ਲਿਪੀਕਾਰ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਸਕ੍ਰਾਈਬਸ ਕਿਹਾ ਜਾਂਦਾ ਹੈ, ਹੱਥ ਨਾਲ ਨਕਲ ਕਰਦੇ ਸਨ। ਅਤੇ ਜਦੋਂ ਕੋਈ ਹੱਥ ਨਾਲ ਨਕਲ ਕਰਦਾ ਹੈ ਤਾਂ ਛੋਟੀਆਂ-ਮੋਟੀਆਂ ਗਲਤੀਆਂ ਜਾਂ ਬਦਲਾਅ ਹੋ ਹੀ ਜਾਂਦੇ ਹਨ। ਹੁਣ ਸੋਚੋ, ਜਦੋਂ ਸਦੀਆਂ ਤੱਕ ਨਕਲ ਦੀ ਨਕਲ ਹੁੰਦੀ ਰਹੀ ਤਾਂ ਅਸਲ ਲਿਖਤ ਅਤੇ ਆਖਰੀ ਕਾਪੀ ਵਿੱਚ ਕਿੰਨਾ ਜ਼ਿਆਦਾ ਫਰਕ ਆ ਗਿਆ ਹੋਵੇਗਾ। ਚਲੋ ਹੁਣ ਦੂਜੇ ਹਿੱਸੇ ਵੱਲ ਵਧਦੇ ਹਾਂ, ਸ਼ੁਰੂਆਤੀ ਰਾਜ ਅਤੇ ਸਾਮਰਾਜ। 7ਵੀਂ ਸਦੀ ਤੋਂ ਬਾਅਦ ਕਈ ਨਵੇਂ ਰਾਜਵੰਸ਼ ਸਾਹਮਣੇ ਆਏ।
ਇਸ ਦੀ ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਦੰਤੀ ਦੁਰਗ ਦੀ, ਜੋ ਇੱਕ ਰਾਸ਼ਟਰਕੂਟ ਮੁਖੀ ਸੀ। ਖਾਸ ਗੱਲ ਇਹ ਸੀ ਕਿ ਉਹ ਜਨਮ ਤੋਂ ਕਸ਼ਤਰੀਏ ਨਹੀਂ ਸੀ, ਪਰ ਉਸਨੇ ਆਪਣੇ ਚਾਲੁਕਿਆ ਰਾਜੇ ਨੂੰ ਹਰਾਇਆ ਅਤੇ ਫਿਰ ਇੱਕ ਖਾਸ ਰਸਮ ਕੀਤੀ। ਇਹ ਰਸਮ ਸੀ ਹਿਰਣਿਆ ਗਰਭ, ਜਿਸ ਨੂੰ ਅੰਗਰੇਜ਼ੀ ਵਿੱਚ ਦ ਗੋਲਡਨ ਵੂਮ ਕਹਿੰਦੇ ਆ। ਇਸ ਦਾ ਸ਼ਾਬਦਿਕ ਅਰਥ ਹੈ ਸੋਨੇ ਦੀ ਕੁੱਖ। ਮੰਨਿਆ ਜਾਂਦਾ ਸੀ ਕਿ ਇਸ ਯੱਗ ਨੂੰ ਕਰਨ ਨਾਲ ਯੱਗ ਕਰਨ ਵਾਲਾ ਵਿਅਕਤੀ ਪ੍ਰਤੀਕਾਤਮਕ ਤੌਰ ਤੇ ਦੁਬਾਰਾ ਜਨਮ ਲੈਂਦਾ ਹੈ ਅਤੇ ਇੱਕ ਕਸ਼ਤਰੀ ਦੇ ਰੂਪ ਵਿੱਚ ਜਨਮ ਲੈਂਦਾ ਹੈ। ਇਸ ਤਰ੍ਹਾਂ ਉਸ ਨੂੰ ਰਾਜ ਕਰਨ ਦੀ ਸਮਾਜਿਕ ਅਤੇ ਧਾਰਮਿਕ ਮਨਜ਼ੂਰੀ ਮਿਲ ਜਾਂਦੀ ਸੀ। ਇਹ ਉਸ ਸਮੇਂ ਆਪਣਾ ਰੁਤਬਾ ਵਧਾਉਣ ਦਾ ਇੱਕ ਬਹੁਤ ਸ਼ਕਤੀਸ਼ਾਲੀ ਤਰੀਕਾ ਸੀ। ਇਸੇ ਦੌਰ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਸੀ, ਜਿਸ ਨੂੰ ਤ੍ਰਿਪੱਖੀ ਸੰਘਰਸ਼ ਜਾਂ ਅੰਗਰੇਜ਼ੀ ਵਿੱਚ ਦ ਟ੍ਰਾਈਪਾਰਟਾਈਟ ਸਟਰਗਲ ਕਿਹਾ ਜਾਂਦਾ ਹੈ। ਮਤਲਬ 3 ਧਿਰਾਂ ਦੀ ਲੜਾਈ। ਇਹ 3 ਵੱਡੀਆਂ ਤਾਕਤਾਂ ਸਨ, ਗੁਰਜਰ ਪ੍ਰਤਿਹਾਰ, ਰਾਸ਼ਟਰਕੂਟ ਅਤੇ ਪਾਲਵੰਸ਼। ਅਤੇ ਉਹ ਲੜ ਕਿਸ ਲਈ ਰਹੇ ਸਨ? ਇੱਕ ਸ਼ਹਿਰ ਲਈ, ਕਨੌਜ, ਕਿਉਂਕਿ ਕਨੌਜ ਤੇ ਕਬਜ਼ਾ ਕਰਨ ਦਾ ਮਤਲਬ ਸੀ ਉਪਜਾਊ ਗੰਗਾ ਘਾਟੀ ਤੇ ਕੰਟਰੋਲ। ਇਹ ਲੜਾਈ 100 ਸਾਲ ਤੋਂ ਵੱਧ ਚੱਲੀ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਤਿੰਨੋਂ ਸਾਮਰਾਜ ਬੁਰੀ ਤਰ੍ਹਾਂ ਕਮਜ਼ੋਰ ਹੋ ਗਏ, ਜਿਸ ਨਾਲ ਨਵੀਆਂ ਸ਼ਕਤੀਆਂ ਦੇ ਉੱਭਰਨ ਦਾ ਰਾਹ ਸਾਫ਼ ਹੋ ਗਿਆ। ਹੁਣ ਚੱਲਦੇ ਹਾਂ ਦੱਖਣ ਵੱਲ, ਜਿੱਥੇ ਚੋਲ ਸਾਮਰਾਜ ਇੱਕ ਸੁਪਰ ਪਾਵਰ ਬਣ ਕੇ ਉੱਭਰਿਆ ਸੀ। ਰਾਜ ਪਹਿਲੇ ਅਤੇ ਉਸ ਦੇ ਪੁੱਤਰ ਰਾਜੇਂਦਰ ਪਹਿਲੇ ਨੇ ਇਸ ਸਾਮਰਾਜ ਨੂੰ ਬਹੁਤ ਫੈਲਾਇਆ। ਉਹ ਸਿਰਫ ਜ਼ਮੀਨ ਤੇ ਹੀ ਨਹੀਂ ਲੜੇ, ਉਹਨਾਂ ਨੇ ਇੱਕ ਬਹੁਤ ਹੀ ਤਾਕਤਵਰ ਜਲ ਸੈਨਾ ਬਣਾਈ ਅਤੇ ਗੰਗਾ ਘਾਟੀ ਤੋਂ ਲੈ ਕੇ ਸ਼੍ਰੀਲੰਕਾ ਅਤੇ ਦੱਖਣ ਪੂਰਬੀ ਏਸ਼ੀਆ ਤੱਕ ਫੌਜੀ ਮੁਹਿੰਮਾਂ ਭੇਜੀਆਂ। ਚੋਲ ਪ੍ਰਸ਼ਾਸਨ ਵੀ ਬਹੁਤ ਵਧੀਆ ਢੰਗ ਨਾਲ ਸੰਗਠਿਤ ਸੀ। ਉਹਨਾਂ ਦੀ ਇੱਕ ਸਭਾ ਹੁੰਦੀ ਸੀ, ਜਿਸ ਨੂੰ ਸਭਾ ਹੀ ਕਿਹਾ ਜਾਂਦਾ ਸੀ, ਪਰ ਇਸ ਦਾ ਮੈਂਬਰ ਕੌਣ ਬਣ ਸਕਦਾ ਸੀ? ਖੈਰ, ਸਾਨੂੰ ਸ਼ਿਲਾਲੇਖਾਂ ਤੋਂ ਪਤਾ ਲੱਗਦਾ ਹੈ ਕਿ ਮੈਂਬਰ ਬਣਨ ਲਈ ਤੁਹਾਡੇ ਕੋਲ ਆਪਣੀ ਜ਼ਮੀਨ ਹੋਣੀ ਚਾਹੀਦੀ ਹੈ, ਆਪਣਾ ਘਰ ਹੋਣਾ ਚਾਹੀਦਾ ਹੈ, ਉਮਰ 35 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਤੁਹਾਨੂੰ ਵੇਦਾਂ ਦਾ ਗਿਆਨ ਹੋਣਾ ਚਾਹੀਦਾ ਹੈ। ਤਾਂ ਇਹ ਸਵਾਲ ਉੱਠਦਾ ਹੈ ਨਾ ਕਿ ਇਹ ਅਸਲ ਵਿੱਚ ਲੋਕਤੰਤਰ ਸੀ ਜਾਂ ਫਿਰ ਇਹ ਇੱਕ ਤਰ੍ਹਾਂ ਦਾ ਐਲੀਟ ਕਲੱਬ ਯਾਨੀ ਕੁਲੀਨ ਵਰਗ ਦਾ ਕਲੱਬ ਸੀ। ਚਲੋ ਹੁਣ ਅਸੀਂ ਆਪਣੇ ਤੀਜੇ ਭਾਗ ਦਿੱਲੀ ਸਲਤਨਤ ਦੇ ਰਾਜ ਵੱਲ ਵਧਦੇ ਹਾਂ। ਸਲਤਨਤ ਬਾਰੇ ਸਾਡੀ ਜ਼ਿਆਦਾਤਰ ਜਾਣਕਾਰੀ ਤਵਾਰੀਖ ਨਾਮਕ ਇਤਿਹਾਸਿਕ ਲਿਖਤਾਂ ਤੋਂ ਆਉਂਦੀ ਹੈ, ਪਰ ਇੱਥੇ ਇੱਕ ਗੱਲ ਸਮਝਣ ਵਾਲੀ ਹੈ। ਇਹ ਲਿਖਣ ਵਾਲੇ ਲੇਖਕ ਸੁਲਤਾਨ ਦੇ ਦਰਬਾਰ ਵਿੱਚ ਵੱਡੇ-ਵੱਡੇ ਇਨਾਮਾਂ ਦੀ ਉਮੀਦ ਵਿੱਚ ਲਿਖਦੇ ਸਨ। ਇਸ ਲਈ ਉਹ ਅਕਸਰ ਉਹੀ ਗੱਲਾਂ ਲਿਖਦੇ ਸਨ ਜੋ ਸੁਲਤਾਨ ਨੂੰ ਚੰਗੀਆਂ ਲੱਗਣ, ਜਿਵੇਂ ਕਿ ਰਾਜ ਕਰਨ ਦਾ ਅਧਿਕਾਰ ਜਨਮ ਤੋਂ ਮਿਲਦਾ ਹੈ ਅਤੇ ਸਮਾਜ ਵਿੱਚ ਲਿੰਗ ਦੇ ਆਧਾਰ ਤੇ ਭੇਦਭਾਵ ਹੋਣਾ ਚਾਹੀਦਾ ਹੈ। ਅਤੇ ਇਸੇ ਸੋਚ ਦਾ ਸਿੱਧਾ ਅਸਰ ਪਿਆ ਰਜ਼ੀਆ ਸੁਲਤਾਨ ਤੇ। ਉਹ ਆਪਣੇ ਸਾਰੇ ਭਰਾਵਾਂ ਨਾਲੋਂ ਕਿਤੇ ਵੱਧ ਕਾਬਿਲ ਅਤੇ ਯੋਗ ਸੀ, ਪਰ ਦਰਬਾਰ ਉਸ ਨੂੰ ਇੱਕ ਸ਼ਾਸਕ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਇਤਿਹਾਸਕਾਰ ਮਿਨਹਾਜ ਸਿਰਾਜ ਨੇ ਵੀ, ਜੋ ਉਸ ਦੀ ਕਾਬਲੀਅਤ ਨੂੰ ਮੰਨਦਾ ਸੀ, ਲਿਖਿਆ ਕਿ ਇੱਕ ਰਾਣੀ ਦਾ ਰਾਜ ਕਰਨਾ ਰੱਬ ਦੁਆਰਾ ਬਣਾਈ ਗਈ ਆਦਰ ਸਮਾਜਿਕ ਵਿਵਸਥਾ ਦੇ ਵਿਰੁੱਧ ਹੈ। ਅਸਲ ਸਮੱਸਿਆ ਇਹ ਸੀ ਕਿ ਤੁਰਕੀ ਅਮੀਰ ਇੱਕ ਔਰਤ ਦੇ ਅਧੀਨ ਕੰਮ ਕਰਨ ਲਈ ਤਿਆਰ ਹੀ ਨਹੀਂ ਸਨ। ਹੁਣ ਆਓ 2 ਮਸ਼ਹੂਰ ਸੁਲਤਾਨਾਂ ਦੀ ਤੁਲਨਾ ਕਰੀਏ, ਅਲਾਉਦੀਨ ਖਿਲਜੀ ਅਤੇ ਮੁਹੰਮਦ ਤੁਗਲਕ। ਖਾਸ ਤੌਰ ਪਰ ਇਹ ਦੇਖੀਏ ਕਿ ਉਹਨਾਂ ਨੇ ਮੰਗੋਲ ਹਮਲਿਆਂ ਦਾ ਸਾਹਮਣਾ ਕਿਵੇਂ ਕੀਤਾ। ਖਿਲਜੀ ਦੀ ਰਣਨੀਤੀ ਸਫਲ ਰਹੀ। ਉਸਨੇ ਇੱਕ ਵੱਡੀ ਫੌਜ ਬਣਾਈ, ਦਿੱਲੀ ਕੋਲ ਇੱਕ ਸੁਰੱਖਿਅਤ ਸ਼ਹਿਰ ਸਿਰੀ ਵਸਾਇਆ ਅਤੇ ਸਭ ਤੋਂ ਵੱਡੀ ਗੱਲ, ਫੌਜੀਆਂ ਨੂੰ ਤਨਖਾਹ ਦੇਣ ਲਈ ਬਾਜ਼ਾਰ ਦੀਆਂ ਕੀਮਤਾਂ ਤੇ ਸਖਤ ਨਿਯੰਤਰਣ ਰੱਖਿਆ। ਦੂਜੇ ਪਾਸੇ ਤੁਗਲਕ ਦੇ ਫੈਸਲੇ, ਖੈਰ, ਉਹ ਇੱਕ ਤੋਂ ਬਾਅਦ ਇੱਕ ਤਬਾਹੀ ਸਾਬਤ ਹੋਏ। ਰਾਜਧਾਨੀ ਬਦਲਣਾ ਹੋਵੇ ਜਾਂ ਉਸ ਦੀ ਬਦਨਾਮ ਟੋਕਨ ਕਰੰਸੀ, ਸਭ ਕੁਝ ਅਸਫਲ ਰਿਹਾ। ਤਾਂ ਸਵਾਲ ਇਹ ਹੈ ਕਿ ਤੁਗਲਕ ਦੀ ਸੰਕੇਤਿਕ ਮੁਦਰਾ ਯਾਨੀ ਟੋਕਨ ਕਰੰਸੀ ਅਸਫਲ ਕਿਉਂ ਹੋਈ? ਦੇਖੋ, ਵਿਚਾਰ ਤਾਂ ਬਹੁਤ ਵਧੀਆ ਸੀ, ਆਪਣੇ ਸਮੇਂ ਤੋਂ ਕਾਫੀ ਅੱਗੇ ਥਾ। ਸੋਨੇ ਚਾਂਦੀ ਦੀ ਥਾਂ ਤੇ ਸਸਤੇ ਤਾਂਬੇ ਦੇ ਸਿੱਕੇ ਚਲਾਉਣਾ ਜਿਨ੍ਹਾਂ ਦੀ ਕੀਮਤ ਬਰਾਬਰ ਹੋਵੇ, ਪਰ ਇਸ ਵਿੱਚ ਇੱਕ ਬਹੁਤ ਵੱਡੀ ਖਾਮੀ ਸੀ। ਤੁਗਲਕ ਨੇ ਸਿੱਕੇ ਬਣਾਉਣ ਤੇ ਸਰਕਾਰੀ ਏਕਾਧਿਕਾਰ ਕਾਇਮ ਨਹੀਂ ਰੱਖਿਆ। ਨਤੀਜਾ, ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਜਾਲੀ ਸਿੱਕੇ ਬਣਾਉਣੇ ਸ਼ੁਰੂ ਕਰ ਦਿੱਤੇ। ਪੂਰਾ ਬਾਜ਼ਾਰ ਨਕਲੀ ਸਿੱਕਿਆਂ ਨਾਲ ਭਰ ਗਿਆ ਅਤੇ ਆਰਥਿਕਤਾ ਟਹਿ-ਟੇਰੀ ਹੋ ਗਈ। ਅਤੇ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਮੁਗਲ ਸਾਮਰਾਜ ਦਾ ਦੌਰ, ਸਾਡਾ ਚੌਥਾ ਭਾਗ। ਇਸ ਦੀ ਸ਼ੁਰੂਆਤ ਹੁੰਦੀ ਹੈ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਨਾਲ। ਬਾਬਰ ਨੇ ਇਬਰਾਹਿਮ ਲੋਦੀ ਨੂੰ ਹਰਾਇਆ ਅਤੇ ਇਸ ਜਿੱਤ ਵਿੱਚ ਇੱਕ ਗੇਮ ਚੇਂਜਰ ਸੀ ਤੋਪਾਂ ਅਤੇ ਬਾਰੂਦ ਦੀ ਵਰਤੋਂ, ਜਿਸ ਨੇ ਉੱਤਰੀ ਭਾਰਤ ਵਿੱਚ ਯੁੱਧ ਕਰਨ ਦਾ ਤਰੀਕਾ ਹੀ ਬਦਲ ਦਿੱਤਾ। ਪਰ ਮੁਗਲਾਂ ਦੀ ਅਸਲ ਪ੍ਰਤਿਭਾ ਉਹਨਾਂ ਦੇ ਪ੍ਰਸ਼ਾਸਨ ਵਿੱਚ ਨਜ਼ਰ ਆਉਂਦੀ ਹੈ, ਖਾਸ ਕਰਕੇ ਅਕਬਰ ਦੇ ਰਾਜ ਵਿੱਚ। ਉਸ ਦੀ ਸੁਲਹ-ਏ-ਕੁਲ ਦੀ ਨੀਤੀ, ਜਿਸ ਨੂੰ ਅੰਗਰੇਜ਼ੀ ਵਿੱਚ ਯੂਨੀਵਰਸਲ ਪੀਸ ਕਹਿੰਦੇ ਆ, ਸਿਰਫ ਇੱਕ ਧਾਰਮਿਕ ਵਿਚਾਰ ਨਹੀਂ ਸੀ। ਇਹ ਇੱਕ ਬਹੁਤ ਧਾਰਮਿਕ ਸਮਰਾਜ ਤੇ ਸਫਲਤਾਪੂਰਵਕ ਰਾਜ ਕਰਨ ਲਈ ਇੱਕ ਬਹੁਤ ਹੀ ਵਿਹਾਰਕ ਸਿਆਸੀ ਸਾਧਨ ਸੀ ਅਤੇ ਇਹ ਵਿਚਾਰ ਉਸ ਨੂੰ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਹੋਈਆਂ ਵਿਚਾਰ ਚਰਚਾਵਾਂ ਤੋਂ ਮਿਲਿਆ ਸੀ। ਮੁਗਲ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਸੀ ਮਨਸਬਦਾਰੀ ਪ੍ਰਣਾਲੀ। ਇਸ ਨੂੰ ਇੱਕ ਤਰ੍ਹਾਂ ਦਾ ਰੈਂਕਿੰਗ ਸਿਸਟਮ ਸਮਝੋ। ਹਰ ਸਰਕਾਰੀ ਅਧਿਕਾਰੀ ਨੂੰ ਮਨਸਬਦਾਰ ਕਿਹਾ ਜਾਂਦਾ ਸੀ। ਉਸ ਦਾ ਰੈਂਕ 2 ਚੀਜ਼ਾਂ ਤੇ ਨਿਰਭਰ ਕਰਦਾ ਸੀ, ਜ਼ਾਤ ਅਤੇ ਸਵਾਰ।
ਜ਼ਾਤ ਉਸ ਦੇ ਅਹੁਦੇ ਅਤੇ ਤਨਖਾਹ ਨੂੰ ਦਰਸਾਉਂਦਾ ਸੀ, ਜਦੋਂ ਕਿ ਸਵਾਰ ਇਹ ਦੱਸਦਾ ਸੀ ਕਿ ਉਸ ਨੂੰ ਕਿੰਨੇ ਘੋੜਸਵਾਰ ਸੈਨਿਕ ਰੱਖਣੇ ਪੈਣਗੇ। ਇਸ ਪ੍ਰਣਾਲੀ ਨੇ ਸਾਰੇ ਅਧਿਕਾਰੀਆਂ ਨੂੰ ਸਿੱਧੇ ਬਾਦਸ਼ਾਹ ਦੇ ਪ੍ਰਤੀ ਵਫਾਦਾਰ ਬਣਾ ਦਿੱਤਾ। ਮੁਗਲ ਸਿਰਤਾ ਦੇ ਦੋ ਹੋਰ ਮਹੱਤਵਪੂਰਨ ਥੰਮ ਸਨ। ਪਹਿਲਾ ਸੀ ਜ਼ਬਤ ਪ੍ਰਣਾਲੀ। ਇਹ ਇੱਕ ਮਾਲੀਆ ਪ੍ਰਣਾਲੀ ਸੀ ਜਿਸ ਵਿੱਚ ਪਿਛਲੇ 10 ਸਾਲਾਂ ਦੀਆਂ ਕੀਮਤਾਂ ਅਤੇ ਪੈਦਾਵਾਰ ਦੇ ਆਧਾਰ ਤੇ ਹਰ ਫਸਲ ਤੇ ਨਕਦ ਵਿੱਚ ਟੈਕਸ ਤੈਅ ਕੀਤਾ ਜਾਂਦਾ ਸੀ। ਇਸ ਨਾਲ ਸਰਕਾਰ ਨੂੰ ਇੱਕ ਸਥਿਰ ਆਮਦਨ ਮਿਲਦੀ ਸੀ। ਦੂਜਾ ਸੀ ਉਹਨਾਂ ਦੀ ਚਾਪਾਕਾਰ ਜਾਂ ਆਰਕਵੇਟ ਸ਼ੈਲੀ ਦੀ ਆਰਕੀਟੈਕਚਰ, ਮਤਲਬ ਮਿਹਰਾਬਾਂ ਅਤੇ ਗੁੰਬਦਾਂ ਦੀ ਵਰਤੋਂ। ਇਹ ਸਿਰਫ ਸੁੰਦਰਤਾ ਲਈ ਨਹੀਂ ਸੀ, ਇਹ ਮੁਗਲ ਸ਼ਕਤੀ ਅਤੇ ਸ਼ਾਨ ਦਾ ਪ੍ਰਤੀਕ ਸੀ। ਹੁਣ ਆਓ ਸ਼ਾਹੀ ਦਰਬਾਰ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਦੇ ਜੀਵਨ ਤੇ ਇੱਕ ਨਜ਼ਰ ਮਾਰੀਏ, ਉਸ ਸਮੇਂ ਦੇ ਸਮਾਜ, ਧਰਮ ਅਤੇ ਵਪਾਰ ਤੇ। ਚਲੋ ਦੋ ਵੱਡੇ ਵਪਾਰਕ ਕੇਂਦਰਾਂ ਦੀ ਗੱਲ ਕਰਦੇ ਹਾਂ, ਹੰਪੀ ਅਤੇ ਸੂਰਤ। ਹੰਪੀ ਵਿਜੇਨਗਰ ਸਾਮਰਾਜ ਦੀ ਰਾਜਧਾਨੀ ਇੰਜੀਨੀਅਰਿੰਗ ਦਾ ਇੱਕ ਕਮਾਲ ਸੀ। ਇਸ ਦੀ ਕਿਲ੍ਹੇਬੰਦੀ ਵਿੱਚ ਪੱਥਰਾਂ ਨੂੰ ਜੋੜਨ ਲਈ ਕੋਈ ਮਸਾਲਾ ਨਹੀਂ ਵਰਤਿਆ ਗਿਆ ਸੀ, ਸਗੋਂ ਉਹਨਾਂ ਨੂੰ ਇੱਕ ਦੂਜੇ ਵਿੱਚ ਫਸਾਇਆ ਗਿਆ ਸੀ। ਦੂਜੇ ਪਾਸੇ ਸੂਰਤ ਨੂੰ ਪੱਛਮ ਦਾ ਦਰਵਾਜ਼ਾ ਕਿਹਾ ਜਾਂਦਾ ਸੀ। ਸੂਰਤ ਦੀ ਸਭ ਤੋਂ ਖਾਸ ਗੱਲ ਸੀ ਉੱਥੋਂ ਦਾ ਬੈਂਕਿੰਗ ਨੈਟਵਰਕ, ਜੋ ਹੁੰਡੀਆਂ ਦੀ ਵਰਤੋਂ ਕਰਦਾ ਸੀ। ਇਹ ਅੱਜ ਦੇ ਬੈਂਕ ਡਰਾਫਟ ਵਾਂਗ ਸਨ ਅਤੇ ਪੱਛਮੀ ਏਸ਼ੀਆ ਤੱਕ ਮਾਨਤਾ ਪ੍ਰਾਪਤ ਸਨ। ਪਰ ਇਤਿਹਾਸ ਸਿਰਫ ਵੱਡੇ ਸਾਮਰਾਜਾਂ ਦਾ ਨਹੀਂ ਹੈ। ਉਸ ਸਮੇਂ ਕੁਝ ਕਬਾਇਲੀ ਭਾਈਚਾਰੇ ਵੀ ਬਹੁਤ ਸ਼ਕਤੀਸ਼ਾਲੀ ਸਨ, ਜਿਵੇਂ ਮੱਧ ਭਾਰਤ ਦੇ ਗੋਂਡ, ਜਿਨ੍ਹਾਂ ਦੀ ਰਾਣੀ ਦੁਰਗਾਵਤੀ ਨੇ ਮੁਗਲਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ, ਜਾਂ ਫਿਰ ਅਸਾਮ ਦੇ ਅਹੋਮ, ਜਿਨ੍ਹਾਂ ਨੇ ਜਬਰੀ ਮਜ਼ਦੂਰੀ ਦੀ ਪ੍ਰਣਾਲੀ, ਜਿਸ ਨੂੰ ਪਾਈਕਸ ਕਿਹਾ ਜਾਂਦਾ ਸੀ, ਦੀ ਵਰਤੋਂ ਕਰਕੇ ਇੱਕ ਮਜ਼ਬੂਤ ਰਾਜ ਬਣਾਇਆ। ਅਤੇ ਬਣਜਾਰਿਆਂ ਨੂੰ ਨਾ ਭੁੱਲੋ, ਉਹਨਾਂ ਦੇ ਕਾਫਲੇ, ਜਿਨ੍ਹਾਂ ਨੂੰ ਟਾਂਡਾ ਕਹਿੰਦੇ ਸਨ, ਉਸ ਦੌਰ ਦੀ ਆਵਾਜਾਈ ਦੀ ਰੀੜ੍ਹ ਦੀ ਹੱਡੀ ਸਨ। ਹੁਣ ਧਰਮ ਦੇ ਖੇਤਰ ਵਿੱਚ ਭਗਤੀ ਅੰਦੋਲਨ ਇੱਕ ਸੱਚੀ ਸਮਾਜਿਕ ਕ੍ਰਾਂਤੀ ਸੀ। ਦੱਖਣ ਤੋਂ ਸ਼ੁਰੂ ਹੋ ਕੇ ਨੈਨਾਰ ਅਤੇ ਅਲਵਾਰ ਸੰਤਾਂ ਨੇ ਜਾਤ-ਪਾਤ ਅਤੇ ਮਹਿੰਗੇ ਰੀਤੀ ਰਿਵਾਜਾਂ ਨੂੰ ਚੁਣੌਤੀ ਦਿੱਤੀ। ਉਹਨਾਂ ਦਾ ਸੰਦੇਸ਼ ਸਾਦਾ ਸੀ, ਰੱਬ ਨਾਲ ਸਿੱਧਾ ਜੁੜੋ। ਇਹ ਲਹਿਰ ਫਿਰ ਉੱਤਰ ਵੱਲ ਫੈਲੀ, ਜਿੱਥੇ ਕਬੀਰ ਅਤੇ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਸੰਤਾਂ ਨੇ ਹਰ ਤਰ੍ਹਾਂ ਦੇ ਧਾਰਮਿਕ ਪਾਖੰਡ ਦਾ ਖੰਡਨ ਕੀਤਾ ਅਤੇ ਇੱਕ ਨਿਰੰਕਾਰ ਪਰਮਾਤਮਾ ਦੀ ਭਗਤੀ ਦਾ ਪ੍ਰਚਾਰ ਕੀਤਾ। ਅਤੇ ਹੁਣ ਅਸੀਂ ਆਪਣੇ ਸਫ਼ਰ ਦੇ ਆਖਰੀ ਪੜਾਅ ਤੇ ਪਹੁੰਚ ਗਏ ਹਾਂ। ਸਾਮਰਾਜ ਦਾ ਪਤਨ। 18ਵੀਂ ਸਦੀ ਵਿੱਚ ਸ਼ਕਤੀਸ਼ਾਲੀ ਮੁਗਲ ਸਾਮਰਾਜ ਟੁੱਟਣਾ ਸ਼ੁਰੂ ਹੋ ਗਿਆ। ਔਰੰਗਜ਼ੇਬ ਤੋਂ ਬਾਅਦ ਦੇ ਕਮਜ਼ੋਰ ਸ਼ਾਸਕਾਂ ਅਤੇ ਵਿਨਾਸ਼ਕਾਰੀ ਬਾਹਰੀ ਹਮਲਿਆਂ ਨੇ ਇਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ। ਮੁਗਲ ਸੱਤਾ ਨੂੰ ਲੱਗੇ ਵੱਡੇ ਝਟਕਿਆਂ ਤੇ ਨਜ਼ਰ ਮਾਰੋ। 1739 ਵਿੱਚ ਨਾਦਰ ਸ਼ਾਹ ਨੇ ਦਿੱਲੀ ਨੂੰ ਲੁੱਟਿਆ, ਫਿਰ ਅਹਿਮਦ ਸ਼ਾਹ ਅਬਦਾਲੀ ਨੇ ਕਈ ਹਮਲੇ ਕੀਤੇ ਅਤੇ ਅੰਤ ਵਿੱਚ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ, ਜਿਸ ਵਿੱਚ ਅਬਦਾਲੀ ਨੇ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਹਾਰ ਨੇ ਉੱਤਰੀ ਭਾਰਤ ਵਿੱਚ ਇੱਕ ਬਹੁਤ ਵੱਡਾ ਸ਼ਕਤੀ ਖਲਾ ਪੈਦਾ ਕਰ ਦਿੱਤਾ ਅਤੇ ਇਸ ਖਲਾ ਨੂੰ ਭਰਨ ਲਈ ਨਵੀਆਂ ਖੇਤਰੀ ਤਾਕਤਾਂ ਉੱਭਰੀਆਂ। ਮਰਾਠਿਆਂ ਨੇ ਚੌਥ ਅਤੇ ਸਰਦੇਸ਼ਮੁਖੀ ਟੈਕਸ ਲਗਾਏ, ਜੋ ਇੱਕ ਤਰ੍ਹਾਂ ਦਾ ਸੁਰੱਖਿਆ ਟੈਕਸ ਸੀ। ਸਿੱਖਾਂ ਨੇ ਰਾਖੀ ਪ੍ਰਣਾਲੀ ਸ਼ੁਰੂ ਕੀਤੀ, ਜਿਸ ਵਿੱਚ ਕਿਸਾਨਾਂ ਨੂੰ ਸੁਰੱਖਿਆ ਦੇ ਬਦਲੇ ਉਹਨਾਂ ਦੀ ਉਪਜ ਦਾ 20% ਹਿੱਸਾ ਦੇਣਾ ਪੈਂਦਾ ਸੀ। ਇਸ ਤੋਂ ਇਲਾਵਾ ਅਵਧ, ਬੰਗਾਲ ਅਤੇ ਹੈਦਰਾਬਾਦ ਵਰਗੇ ਪੁਰਾਣੇ ਮੁਗਲ ਸੂਬੇ ਲਗਭਗ ਆਜ਼ਾਦ ਹੋ ਗਏ ਅਤੇ ਆਪਣੇ ਆਪ ਨੂੰ ਸੁਤੰਤਰ ਸ਼ਾਸਕਾਂ ਵਜੋਂ ਸਥਾਪਿਤ ਕਰ ਲਿਆ। ਤਾਂ ਇਹ ਸੀ 1000 ਸਾਲਾਂ ਦੇ ਬਦਲਾਅ ਦਾ ਇੱਕ ਤੇਜ਼ ਪਰ ਡੂੰਘਾ ਸਫ਼ਰ। ਅਸੀਂ ਦੇਖਿਆ ਕਿ ਕਿਵੇਂ ਸਾਮਰਾਜ ਬਣੇ ਅਤੇ ਟੁੱਟੇ, ਵਿਚਾਰ ਬਦਲੇ ਅਤੇ ਸਮਾਜ ਨੇ ਨਵੇਂ ਰੂਪ ਲਏ। ਅਤੇ ਇਹ ਸਾਨੂੰ ਇੱਕ ਆਖਰੀ ਸੋਚ ਤੇ ਛੱਡ ਜਾਂਦਾ ਹੈ। ਜ਼ਰਾ ਵਿਚਾਰ ਕਰੋ, 18ਵੀਂ ਸਦੀ ਦਾ ਇਹ ਸਿਆਸੀ ਬਿਖਰਾ, ਜਿੱਥੇ ਕੋਈ ਵੀ ਇੱਕ ਭਾਰਤੀ ਤਾਕਤ ਸਰਵਉੱਚ ਨਹੀਂ ਸੀ, ਕਿ ਇਸਨੇ ਇੱਕ ਵਿਦੇਸ਼ੀ ਵਪਾਰਕ ਕੰਪਨੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਇੱਕ ਵਪਾਰੀ ਤੋਂ ਸ਼ਾਸਕ ਬਣਨ ਦਾ ਸੁਨਹਿਰੀ ਮੌਕਾ ਨਹੀਂ ਦਿੱਤਾ? ਇਸ ਤੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਮਿਲ ਕੇ ਆਧੁਨਿਕ ਭਾਰਤ ਦੇ ਇਤਿਹਾਸ ਦੀ ਗੱਲ ਕਰਾਂਗੇ, ਇੱਕ ਅਜਿਹਾ ਦੌਰ ਜਿਸ ਨੇ ਸੱਚਮੁੱਚ ਇਸ ਦੇਸ਼ ਦੀ ਪੂਰੀ ਤਸਵੀਰ ਹੀ ਬਦਲ ਦਿੱਤੀ। ਦੇਖੋ, ਇਹ ਸਿਰਫ ਰਾਜਿਆਂ ਜਾਂ ਤਾਰੀਖਾਂ ਦੀ ਕਹਾਣੀ ਨਹੀਂ, ਇਹ ਤਾਂ ਇੱਕ ਬਹੁਤ ਵੱਡੇ ਬਦਲਾਅ ਦੀ ਕਹਾਣੀ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ ਇਹ ਸਫ਼ਰ। ਕਦੇ ਸੋਚਿਆ ਹੈ ਕਿ ਇੱਕ ਕੰਪਨੀ ਜਿਹੜੀ ਇੱਥੇ ਸਿਰਫ ਵਪਾਰ ਕਰਨ ਆਈ ਸੀ, ਉਹ ਸਿਰਫ 190 ਸਾਲਾਂ ਵਿੱਚ ਪੂਰੇ ਦੇ ਪੂਰੇ ਉਪਮਹਾਦੀਪ ਦੀ ਮਾਲਿਕ ਕਿਵੇਂ ਬਣ ਗਈ? ਹੈ ਨਾ ਹੈਰਾਨੀ ਵਾਲੀ ਗੱਲ? ਵਪਾਰੀ ਤੋਂ ਹਾਕਮ, ਇਹ ਕਿਵੇਂ ਹੋਇਆ? ਬਸ ਇਸੇ ਸਵਾਲ ਦੇ ਜਵਾਬ ਵਿੱਚ ਹੀ ਆਧੁਨਿਕ ਭਾਰਤ ਦੇ ਇਤਿਹਾਸ ਦੀਆਂ ਜੜ੍ਹਾਂ ਲੁਕੀਆਂ ਹੋਈਆਂ ਨੇ। ਤਾਂ ਇਸ ਪੂਰੀ ਕਹਾਣੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਪਾਂ ਇਸ ਨੂੰ 6 ਹਿੱਸਿਆਂ ਵਿੱਚ ਵੰਡ ਕੇ ਦੇਖਾਂਗੇ। ਸਭ ਤੋਂ ਪਹਿਲਾਂ ਇੱਕ ਕੰਪਨੀ ਦੀ ਜਿੱਤ, ਫਿਰ ਸ਼ਕਤੀ ਹਾਸਲ ਕਰਨ ਦੀਆਂ ਨੀਤੀਆਂ, ਉਸ ਤੋਂ ਬਾਅਦ ਸਾਮਰਾਜ ਦਾ ਅਰਥਚਾਰਾ ਕਿਵੇਂ ਚੱਲਦਾ ਸੀ, ਫਿਰ ਦੇਖਾਂਗੇ ਬਗਾਵਤ ਤੇ ਵਿਰੋਧ, ਉਸ ਤੋਂ ਬਾਅਦ ਇੱਕ ਰਾਸ਼ਟਰ ਦਾ ਜਾਗਰਣ ਤੇ ਅਖੀਰ ਵਿੱਚ ਆਜ਼ਾਦੀ ਤੇ ਉਸ ਨਾਲ ਜੁੜੀਆਂ ਚੁਣੌਤੀਆਂ। ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ। ਇੱਕ ਕੰਪਨੀ ਦੀ ਜਿੱਤ, ਵਪਾਰੀਆਂ ਤੋਂ ਸ਼ਾਸਕਾਂ ਤੱਕ ਦਾ ਸਫ਼ਰ। ਇਸ ਸਭ ਦੀ ਸ਼ੁਰੂਆਤ ਪਿੱਛੇ ਇੱਕ ਬੜੀ ਹੀ ਕਹਿ ਲੋ ਵਿਵਾਦਪੂਰਨ ਸੋਚ ਸੀ, ਜਿਸ ਨੇ ਅੰਗਰੇਜ਼ਾਂ ਨੂੰ ਇੱਥੇ ਸਭ ਕੁਝ ਕਰਨ ਦਾ ਇੱਕ ਬਹਾਨਾ ਦੇ ਦਿੱਤਾ।
ਸਾਲ ਸੀ 1817। ਇੱਕ ਸਕਾਟਲੈਂਡ ਦਾ ਬੰਦਾ ਸੀ ਜੇਮਸ ਮਿਲ। ਉਹਨੇ ਇੱਕ ਗੱਲ ਕਹੀ। ਉਹ ਕਹਿੰਦਾ, ਯੂਰਪੀ ਸਭਿਅਤਾ ਏਸ਼ੀਆਈ ਸਮਾਜਾਂ ਨਾਲੋਂ ਕਿਤੇ ਬਿਹਤਰ ਹੈ। ਉਹਨੇ ਤਾਂ ਭਾਰਤ ਦੇ ਇਤਿਹਾਸ ਨੂੰ ਵੀ 3 ਹਿੱਸਿਆਂ 'ਚ ਵੰਡਤਾ, ਹਿੰਦੂ ਕਾਲ, ਮੁਸਲਿਮ ਕਾਲ ਤੇ ਬ੍ਰਿਟਿਸ਼ ਕਾਲ। ਤੇ ਇਹ ਸਿਰਫ ਇੱਕ ਗੱਲ ਨਹੀਂ ਸੀ, ਇਹ ਤਾਂ ਅੰਗਰੇਜ਼ਾਂ ਦੇ ਹੱਥ 'ਚ ਇੱਕ ਅਜਿਹਾ ਹਥਿਆਰ ਆ ਗਿਆ ਸੀ ਜਿਸ ਨਾਲ ਉਹ ਆਪਣੇ ਰਾਜ ਨੂੰ ਸਹੀ ਠਹਿਰਾ ਸਕਦੇ ਸਨ। ਅੱਛਾ, ਇਸੇ ਸੋਚ ਤੋਂ ਇੱਕ ਪ੍ਰਕਿਰਿਆ ਸ਼ੁਰੂ ਹੋਈ ਜਿਸ ਨੂੰ ਆਪਾਂ ਕਹਿੰਦੇ ਆ ਔਪਨਿਵੇਸ਼ੀਕਰਨ। ਇੰਗਲਿਸ਼ ਵਿੱਚ ਇਸ ਨੂੰ ਕਹਿੰਦੇ ਨੇ ਕੋਲੋਨਾਈਜੇਸ਼ਨ। ਹੁਣ ਇਹ ਹੈ ਕੀ? ਦੇਖੋ, ਇਸ ਦਾ ਮਤਲਬ ਸਿਰਫ ਜ਼ਮੀਨ ਤੇ ਕਬਜ਼ਾ ਕਰਨਾ ਨਹੀਂ ਹੁੰਦਾ। ਇਸ ਦਾ ਅਸਲ ਮਤਲਬ ਹੈ ਕਿ ਜਦੋਂ ਇੱਕ ਦੇਸ਼ ਦੂਜੇ ਦੇਸ਼ ਦੀ ਰਾਜਨੀਤੀ, ਉਹਦੇ ਪੈਸੇ ਥੇਲੇ ਦੇ ਸਿਸਟਮ ਯਾਨੀ ਆਰਥਿਕਤਾ ਤੇ ਇੱਥੋਂ ਤੱਕ ਕਿ ਉਹਦੇ ਸਮਾਜ ਤੇ ਸੱਭਿਆਚਾਰ ਨੂੰ ਵੀ ਆਪਣੇ ਫਾਇਦੇ ਲਈ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1600 ਤੋਂ। ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਇੱਕ ਚਾਰਟਰ ਦਿੱਤਾ ਕਿ ਜਾਓ ਪੂਰਬ 'ਚ ਵਪਾਰ ਕਰੋ। ਫਿਰ 1651 ਵਿੱਚ ਇਹਨਾਂ ਨੇ ਬੰਗਾਲ ਵਿੱਚ ਹੁਗਲੀ ਨਦੀ ਦੇ ਕੰਢੇ ਆਪਣੀ ਪਹਿਲੀ ਫੈਕਟਰੀ ਲਾ ਲਈ। ਉਦੋਂ ਤੱਕ ਸਭ ਠੀਕ ਸੀ, ਇਹ ਵਪਾਰੀ ਹੀ ਸਨ। ਪਰ ਫਿਰ ਆਏ 2 ਸਾਲ ਜਿਨ੍ਹਾਂ ਨੇ ਸਾਰਾ ਪਾਸਾ ਹੀ ਪਲਟ ਦਿੱਤਾ। 1757 ਪਲਾਸੀ ਦੀ ਲੜਾਈ ਤੇ 1764 ਬਕਸਰ ਦੀ ਲੜਾਈ। ਬਸ ਇਹੀ 2 ਲੜਾਈਆਂ ਸਨ ਜਿਨ੍ਹਾਂ ਨੇ ਇਹਨਾਂ ਵਪਾਰੀਆਂ ਨੂੰ ਹਾਕਮ ਬਣਾ ਦਿੱਤਾ। ਪਰ ਇਹਨਾਂ 2 ਲੜਾਈਆਂ 'ਚ ਜ਼ਮੀਨ ਆਸਮਾਨ ਦਾ ਫਰਕ ਸੀ। ਜਿਹੜੀ 1757 ਵਾਲੀ ਪਲਾਸੀ ਦੀ ਲੜਾਈ ਸੀ ਨਾ, ਉਹ ਕੋਈ ਅਸਲੀ ਲੜਾਈ ਸੀ ਹੀ ਨਹੀਂ। ਉਹ ਤਾਂ ਸਰਾਸਰ ਇੱਕ ਧੋਖਾ ਸੀ। ਅੰਗਰੇਜ਼ਾਂ ਨੇ ਨਵਾਬ ਸਿਰਾਜ-ਉਦ-ਦੌਲਾ ਦੇ ਸੈਨਾਪਤੀ ਮੀਰ ਜਾਫਰ ਨੂੰ ਰਿਸ਼ਵਤ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ। ਦੂਜੇ ਪਾਸੇ 1764 ਦੀ ਬਕਸਰ ਦੀ ਲੜਾਈ, ਉਹ ਇੱਕ ਅਸਲੀ ਫੌਜੀ ਜਿੱਤ ਸੀ। ਉੱਥੇ ਉਹਨਾਂ ਨੇ 3 ਵੱਡੀਆਂ ਭਾਰਤੀ ਫੌਜਾਂ ਨੂੰ ਇਕੱਠਿਆਂ ਹਰਾਇਆ। ਇੱਥੋਂ ਉਹਨਾਂ ਦੀ ਤਾਕਤ ਪੱਕੀ ਹੋ ਗਈ। ਤੇ ਬਕਸਰ ਦੀ ਜਿੱਤ ਦਾ ਸਭ ਤੋਂ ਵੱਡਾ ਫਾਇਦਾ ਕੀ ਹੋਇਆ? 1765 ਵਿੱਚ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਕੰਪਨੀ ਨੂੰ ਬੰਗਾਲ, ਬਿਹਾਰ ਤੇ ਉੜੀਸਾ ਦੇ ਦੀਵਾਨੀ ਅਧਿਕਾਰ ਦੇ ਦਿੱਤੇ। ਹੁਣ ਇਹ ਦੀਵਾਨੀ ਕੀ ਚੀਜ਼ ਸੀ? ਇਸ ਦਾ ਮਤਲਬ ਸੀ ਮਾਲੀਆ ਯਾਨੀ ਟੈਕਸ ਇਕੱਠਾ ਕਰਨ ਦਾ ਹੱਕ। ਸੋਚ ਕੇ ਦੇਖੋ, ਹੁਣ ਕੰਪਨੀ ਨੂੰ ਆਪਣੇ ਖਰਚਿਆਂ ਲਈ ਇੰਗਲੈਂਡ ਤੋਂ ਸੋਨਾ ਚਾਂਦੀ ਲਿਆਉਣ ਦੀ ਲੋੜ ਨਹੀਂ ਸੀ। ਉਹ ਇੱਥੋਂ ਹੀ ਟੈਕਸ ਇਕੱਠਾ ਕਰਦੇ, ਇੱਥੇ ਹੀ ਫੌਜ ਰੱਖਦੇ ਤੇ ਇੱਥੇ ਹੀ ਆਪਣਾ ਰਾਜ ਵਧਾਉਂਦੇ। ਮਤਲਬ ਭਾਰਤ ਦੇ ਪੈਸੇ ਨਾਲ ਹੀ ਭਾਰਤ ਤੇ ਕਬਜ਼ਾ। ਤਾਂ ਹੁਣ ਕੰਪਨੀ ਕੋਲ ਪੈਸਾ ਵੀ ਸੀ ਤੇ ਫੌਜੀ ਤਾਕਤ ਵੀ। ਇਸ ਤੋਂ ਬਾਅਦ ਸ਼ੁਰੂ ਹੋਇਆ ਸਾਮਰਾਜ ਨੂੰ ਮਜ਼ਬੂਤ ਕਰਨ ਦਾ ਦੌਰ, ਯਾਨੀ ਸ਼ਕਤੀ ਦੀਆਂ ਨੀਤੀਆਂ। ਤੇ ਇਹ ਨੀਤੀਆਂ ਬੜੀਆਂ ਹੀ ਚਲਾਕੀ ਭਰੀਆਂ ਸਨ। ਇਹਨਾਂ 'ਚੋਂ ਇੱਕ ਸੀ ਸਹਾਇਕ ਸੰਧੀ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਸਬਸਿਡਰੀ ਅਲਾਇੰਸ। ਇੱਕ ਤਰ੍ਹਾਂ ਦਾ ਮਿੱਠਾ ਜ਼ਹਿਰ ਸੀ। ਇਸ ਵਿੱਚ ਹੁੰਦਾ ਕੀ ਸੀ? ਪਹਿਲਾਂ ਭਾਰਤੀ ਰਾਜੇ ਨੂੰ ਆਪਣੀ ਫੌਜ ਖਤਮ ਕਰਨੀ ਪੈਂਦੀ ਸੀ। ਫਿਰ ਅੰਗਰੇਜ਼ ਸੁਰੱਖਿਆ ਲਈ ਆਪਣੀ ਫੌਜ ਉਸ ਰਾਜ ਵਿੱਚ ਰੱਖਦੇ ਸਨ। ਤੇ ਤੀਜਾ ਤੇ ਸਭ ਤੋਂ ਖਤਰਨਾਕ ਕਦਮ, ਉਸ ਅੰਗਰੇਜ਼ੀ ਫੌਜ ਦਾ ਸਾਰਾ ਖਰਚਾ ਵੀ ਰਾਜੇ ਨੂੰ ਹੀ ਚੁੱਕਣਾ ਪੈਂਦਾ ਸੀ। ਜੇ ਉਹ ਪੈਸੇ ਨਾ ਦੇ ਸਕੇ ਤਾਂ ਉਹਨਾਂ ਦੀ ਰਿਆਸਤ ਦਾ ਇੱਕ ਹਿੱਸਾ ਅੰਗਰੇਜ਼ ਹੜਪ ਲੈਂਦੇ ਸਨ। ਇਸ ਤੋਂ ਵੀ ਸਿੱਧੀ ਕਬਜ਼ੇ ਦੀ ਨੀਤੀ ਸੀ ਵਿਲੈ ਨੀਤੀ, ਯਾਨੀ ਡਾਕਟਰਾਈਨ ਆਫ ਲੈਪਸ। ਇਹ ਲਾਰਡ ਡਲਹੌਜ਼ੀ ਲੈ ਕੇ ਆਇਆ ਸੀ। ਇਹ ਬਹੁਤ ਸਿੱਧੀ ਸਪਾਟ ਪਾਲਿਸੀ ਸੀ। ਜੇ ਕਿਸੇ ਰਾਜੇ ਦੀ ਮੌਤ ਹੋ ਜਾਂਦੀ ਹੈ ਤੇ ਉਹਦਾ ਆਪਣਾ ਕੋਈ ਪੁੱਤਰ ਵਾਰਿਸ ਨਹੀਂ ਹੈ ਤਾਂ ਉਸਦਾ ਰਾਜ ਸਿੱਧਾ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਬਣ ਜਾਵੇਗਾ। ਗੋਦਲੇ ਪੁੱਤਰ ਨੂੰ ਵਾਰਿਸ ਨਹੀਂ ਮੰਨਿਆ ਜਾਂਦਾ ਸੀ। ਸਤਾਰਾ, ਨਾਗਪੁਰ ਤੇ ਸਭ ਤੋਂ ਮਸ਼ਹੂਰ ਝਾਂਸੀ, ਇਹ ਸਾਰੇ ਇਸੇ ਨੀਤੀ ਕਰਕੇ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਗਏ। ਅੱਛਾ, ਰਾਜਿਆਂ ਰਜਵਾੜਿਆਂ ਨੂੰ ਤਾਂ ਇਹਨਾਂ ਨੀਤੀਆਂ ਨਾਲ ਹੌਲੀ-ਹੌਲੀ ਕਾਬੂ ਕਰ ਲਿਆ ਗਿਆ, ਪਰ ਆਮ ਲੋਕਾਂ, ਖਾਸ ਕਰਕੇ ਕਿਸਾਨਾਂ ਦਾ ਕੀ ਹਾਲ ਸੀ? ਆਓ ਹੁਣ ਗੱਲ ਕਰਦੇ ਹਾਂ ਸਾਮਰਾਜ ਦੇ ਅਰਥਚਾਰੇ ਦੀ, ਯਾਨੀ ਕਿ ਉਪ-ਮਹਾਦੀਪ ਦੀ ਫਸਲ ਕਿਵੇਂ ਕੱਟੀ ਜਾ ਰਹੀ ਸੀ। ਜ਼ਮੀਨ ਤੋਂ ਪੈਸਾ ਕਮਾਉਣ ਲਈ ਕੰਪਨੀ ਨੇ ਮੁੱਖ ਤੌਰ ਤੇ 3 ਸਿਸਟਮ ਬਣਾਏ। ਬੰਗਾਲ ਤੇ ਬਿਹਾਰ ਵਿੱਚ ਲਿਆਂਦਾ ਸਥਾਈ ਬੰਦੋਬਸਤ ਯਾਨੀ ਪਰਮਨੈਂਟ ਸੈਟਲਮੈਂਟ। ਇਸ ਵਿੱਚ ਟੈਕਸ ਦੀ ਰਕਮ ਹਮੇਸ਼ਾ ਲਈ ਫਿਕਸ ਕਰ ਦਿੱਤੀ ਗਈ ਤੇ ਇਹ ਜ਼ਿਮੀਂਦਾਰਾਂ ਨੇ ਇਕੱਠਾ ਕਰਨਾ ਸੀ। ਫਿਰ ਉੱਤਰ ਪੱਛਮੀ ਭਾਰਤ ਵਿੱਚ ਆਇਆ ਮਹਿਲਵਾੜੀ ਸਿਸਟਮ ਯਾਨੀ ਮਹਾਲਵਾਰੀ ਸਿਸਟਮ, ਜਿੱਥੇ ਪੂਰੇ ਪਿੰਡ ਯਾਨੀ ਮਹਿਲ ਦੀ ਜ਼ਿੰਮੇਵਾਰੀ ਹੁੰਦੀ ਸੀ ਟੈਕਸ ਦੇਣ ਦੀ। ਤੇ ਦੱਖਣੀ ਭਾਰਤ ਵਿੱਚ ਲਾਗੂ ਹੋਇਆ ਰੈਅਤਵਾੜੀ ਸਿਸਟਮ ਯਾਨੀ ਰੋਇਤਵਾਰੀ ਸਿਸਟਮ, ਜਿੱਥੇ ਕੰਪਨੀ ਸਿੱਧਾ ਕਿਸਾਨਾਂ ਯਾਨੀ ਰੈਅਤ ਤੋਂ ਟੈਕਸ ਲੈਂਦੀ ਸੀ। ਦੇਖੋ, ਸਿਸਟਮ ਭਾਵੇਂ 3 ਸਨ ਪਰ ਮਕਸਦ ਇੱਕੋ ਸੀ, ਵੱਧ ਤੋਂ ਵੱਧ ਮਾਲੀਆ ਇਕੱਠਾ ਕਰਨਾ। ਹੁਣ ਜਦੋਂ ਜ਼ੁਲਮ ਹੱਦੋਂ ਵੱਧ ਜਾਵੇ ਤਾਂ ਲੋਕ ਚੁੱਪ ਨਹੀਂ ਬੈਠਦੇ। ਰਾਜੇ ਆਪਣੀਆਂ ਰਿਆਸਤਾਂ ਖੋਣ ਕਰਕੇ ਗੁੱਸੇ ਸਨ, ਕਿਸਾਨ ਟੈਕਸਾਂ ਕਰਕੇ ਤੇ ਕਬਾਇਲੀ ਲੋਕ ਆਪਣੇ ਜੰਗਲਾਂ ਤੇ ਕਬਜ਼ੇ ਕਰਕੇ। ਇਹ ਗੁੱਸਾ ਅੰਦਰ ਹੀ ਅੰਦਰ ਸੁਲਗ ਰਿਹਾ ਸੀ। ਤੇ ਇੱਥੋਂ ਸ਼ੁਰੂ ਹੁੰਦਾ ਹੈ ਸਾਡਾ ਚੌਥਾ ਭਾਗ, ਬਗਾਵਤ ਅਤੇ ਵਿਰੋਧ, ਯਾਨੀ ਲੋਕਾਂ ਦਾ ਗੁੱਸਾ। ਖਾਸ ਕਰਕੇ ਕਬਾਇਲੀ ਲੋਕਾਂ ਲਈ ਤਾਂ ਜ਼ਿੰਦਗੀ ਨਰਕ ਬਣ ਗਈ ਸੀ।
ਅੰਗਰੇਜ਼ਾਂ ਨੇ ਜੰਗਲਾਂ ਨੂੰ ਸਰਕਾਰੀ ਜਾਇਦਾਦ ਐਲਾਨ ਦਿੱਤਾ, ਜਿੱਥੇ ਸਦੀਆਂ ਤੋਂ ਇਹ ਲੋਕ ਰਹਿੰਦੇ ਸਨ। ਇਸੇ ਜ਼ੁਲਮ ਦੇ ਖਿਲਾਫ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਇੱਕ ਨੌਜਵਾਨ ਉੱਠਿਆ, ਬਿਰਸਾ ਮੁੰਡਾ। ਉਸਨੇ ਇੱਕ ਬਹੁਤ ਵੱਡੀ ਬਗਾਵਤ ਸ਼ੁਰੂ ਕੀਤੀ, ਜਿਸ ਨੂੰ ਕਿਹਾ ਜਾਂਦਾ ਹੈ ਉਲ ਗੁਲਾਨ, ਯਾਨੀ ਮਹਾਨ ਹਲਚਲ। ਉਹਨਾਂ ਦਾ ਮਕਸਦ ਸੀ ਬਾਹਰੀ ਲੋਕਾਂ, ਜਿਨ੍ਹਾਂ ਨੂੰ ਉਹ ਦਿਕੂ ਕਹਿੰਦੇ ਸਨ, ਤੇ ਅੰਗਰੇਜ਼ਾਂ ਨੂੰ ਭਜਾ ਕੇ ਮੁੰਡਾ ਰਾਜ ਸਥਾਪਿਤ ਕਰਨਾ। ਤੇ ਫਿਰ ਆਇਆ 1857 ਦਾ ਸਾਲ, ਜਦੋਂ ਇਹ ਸਾਰਾ ਗੁੱਸਾ ਇੱਕ ਜਵਾਲਾਮੁਖੀ ਵਾਂਗ ਫਟ ਪਿਆ। ਇਸ ਦੇ ਪਿੱਛੇ ਕੋਈ ਇੱਕ ਕਾਰਨ ਨਹੀਂ ਸੀ, ਕਈ ਕਾਰਨ ਸਨ। ਰਾਜਨੀਤਿਕ ਕਾਰਨ, ਜਿਵੇਂ ਕਿ ਝਾਂਸੀ ਤੇ ਅਵਧ ਵਰਗੀਆਂ ਰਿਆਸਤਾਂ ਤੇ ਕਬਜ਼ਾ। ਸਮਾਜਿਕ ਕਾਰਨ, ਲੋਕਾਂ ਨੂੰ ਲੱਗ ਰਿਹਾ ਸੀ ਕਿ ਅੰਗਰੇਜ਼ ਸਤੀ ਪ੍ਰਥਾ ਬੰਦ ਕਰਕੇ ਵਿਧਵਾ ਵਿਆਹ ਸ਼ੁਰੂ ਕਰਵਾ ਕੇ ਉਹਨਾਂ ਦੇ ਧਰਮ 'ਚ ਦਖਲ ਦੇ ਰਹੇ ਨੇ। ਆਰਥਿਕ ਕਾਰਨ, ਕਿਸਾਨ ਤੇ ਕਾਰੀਗਰ ਬਰਬਾਦ ਹੋ ਚੁੱਕੇ ਸਨ, ਪਰ ਜਿਹੜੀ ਚੰਗਿਆੜੀ ਨੇ ਅੱਗ ਲਾਈ ਉਹ ਸੀ ਫੌਜੀ ਕਾਰਨ, ਚਰਬੀ ਵਾਲੇ ਕਾਰਤੂਸਾਂ ਦੀ ਅਫਵਾਹ। 29 ਮਾਰਚ ਨੂੰ ਬੈਰਕਪੁਰ 'ਚ ਮੰਗਲ ਪਾਂਡੇ ਨੇ ਬਗਾਵਤ ਦਾ ਝੰਡਾ ਚੁੱਕਿਆ। 10 ਮਈ ਨੂੰ ਮੇਰਠ ਦੇ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ ਤੇ ਦਿੱਲੀ ਵੱਲ ਚੱਲ ਪਏ। ਦੇਖਦੇ ਹੀ ਦੇਖਦੇ ਕਾਨਪੁਰ, ਲਖਨਊ, ਝਾਂਸੀ, ਪੂਰੇ ਉੱਤਰ ਭਾਰਤ 'ਚ ਇਹ ਅੱਗ ਫੈਲ ਗਈ। ਹਾਲਾਂਕਿ 1858 ਤੱਕ ਅੰਗਰੇਜ਼ਾਂ ਨੇ ਇਸ ਬਗਾਵਤ ਨੂੰ ਬੜੀ ਬੇਰਹਿਮੀ ਨਾਲ ਕੁਚਲ ਦਿੱਤਾ, ਪਰ ਇੱਕ ਗੱਲ ਪੱਕੀ ਹੋ ਗਈ, ਈਸਟ ਇੰਡੀਆ ਕੰਪਨੀ ਦਾ ਰਾਜ ਹੁਣ ਨਹੀਂ ਚੱਲ ਸਕਦਾ। ਇਸ ਲਈ ਕੰਪਨੀ ਦਾ ਰਾਜ ਖਤਮ ਕਰ ਦਿੱਤਾ ਗਿਆ ਤੇ ਭਾਰਤ ਦਾ ਸ਼ਾਸਨ ਸਿੱਧਾ ਬ੍ਰਿਟੇਨ ਦੀ ਮਹਾਰਾਣੀ ਦੇ ਹੱਥਾਂ ਵਿੱਚ ਚਲਾ ਗਿਆ। 1857 ਦੀ ਬਗਾਵਤ ਭਾਵੇਂ ਦਬਾ ਦਿੱਤੀ ਗਈ, ਪਰ ਇਸਨੇ ਭਾਰਤੀਆਂ ਦੇ ਮਨ ਵਿੱਚ ਇੱਕ ਨਵੀਂ ਚੇਤਨਾ ਜਗਾ ਦਿੱਤੀ। ਹੁਣ ਸ਼ੁਰੂ ਹੁੰਦਾ ਹੈ ਸਾਡਾ 5ਵਾਂ ਭਾਗ, ਇੱਕ ਰਾਸ਼ਟਰ ਦਾ ਜਾਗਰਣ, ਯਾਨੀ ਭਾਰਤੀ ਰਾਸ਼ਟਰਵਾਦ ਦਾ ਉਦੈ। ਇਸ ਦੌਰ 'ਚ ਸਿੱਖਿਆ ਨੂੰ ਲੈ ਕੇ ਅੰਗਰੇਜ਼ਾਂ ਵਿੱਚ ਇੱਕ ਵੱਡੀ ਬਹਿਸ ਚੱਲੀ। ਇੱਕ ਪਾਸੇ ਸਨ ਪ੍ਰਾਚਯਵਾਦੀ, ਇੰਗਲਿਸ਼ 'ਚ ਕਹਿੰਦੇ ਨੇ ਓਰੀਐਂਟਲਿਸਟਸ। ਇਹ ਕਹਿੰਦੇ ਸਨ ਕਿ ਭਾਰਤ ਦੇ ਪ੍ਰਾਚੀਨ ਗਿਆਨ ਦਾ ਸਨਮਾਨ ਕਰਨਾ ਚਾਹੀਦਾ ਹੈ। ਦੂਜੇ ਪਾਸੇ ਸਨ ਆਂਗਲਵਾਦੀ, ਯਾਨੀ ਐਂਗਲਿਸਿਸਟਸ। ਇਹਨਾਂ ਦਾ ਲੀਡਰ ਸੀ ਥਾਮਸ ਮੈਕੌਲੇ। ਉਸ ਦਾ ਮੰਨਣਾ ਸੀ ਕਿ ਭਾਰਤੀ ਗਿਆਨ ਬੇਕਾਰ ਹੈ ਤੇ ਸਾਰੀ ਸਿੱਖਿਆ ਅੰਗਰੇਜ਼ੀ ਵਿੱਚ ਹੋਣੀ ਚਾਹੀਦੀ ਹੈ। ਆਖਿਰਕਾਰ ਮੈਕੌਲੇ ਦੀ ਗੱਲ ਮੰਨੀ ਗਈ। ਪਰ ਜਾਗਰੂਕਤਾ ਸਿਰਫ ਅੰਗਰੇਜ਼ਾਂ ਖਿਲਾਫ ਨਹੀਂ ਸੀ, ਇਹ ਸਮਾਜ ਦੇ ਅੰਦਰ ਦੀਆਂ ਬੁਰਾਈਆਂ ਖਿਲਾਫ ਵੀ ਸੀ। ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਖਿਲਾਫ ਆਵਾਜ਼ ਚੁੱਕੀ। ਈਸ਼ਵਰ ਚੰਦਰ ਵਿਦਿਆਸਾਗਰ ਨੇ ਵਿਧਵਾਵਾਂ ਦੇ ਮੁੜ ਵਿਆਹ ਲਈ ਕੰਮ ਕੀਤਾ। ਜੋਤੀਰਾਓ ਫੂਲੇ ਨੇ ਆਪਣੀ ਕਿਤਾਬ ਗੁਲਾਮਗਿਰੀ ਵਿੱਚ ਜਾਤੀ ਪ੍ਰਥਾ ਤੇ ਕਰਾਰੀ ਚੋਟ ਕੀਤੀ। ਤੇ ਅੱਗੇ ਚੱਲ ਕੇ ਡਾਕਟਰ BR ਅੰਬੇਦਕਰ ਤੇ ਪੈਰੀਆਰ ਵਰਗਿਆਂ ਨੇ ਇਸ ਲੜਾਈ ਨੂੰ ਹੋਰ ਅੱਗੇ ਵਧਾਇਆ। ਇਸੇ ਦੌਰਾਨ ਇਲਬਰਟ ਬਿਲ ਵਰਗੇ ਵਿਵਾਦ ਹੋਏ, ਜਿਨ੍ਹਾਂ ਨੇ ਪੜ੍ਹੇ ਲਿਖੇ ਭਾਰਤੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਨਸਲੀ ਵਿਤਕਰੇ ਕਰਕੇ ਉਹ ਕਦੇ ਵੀ ਅੰਗਰੇਜ਼ਾਂ ਦੇ ਬਰਾਬਰ ਨਹੀਂ ਹੋ ਸਕਦੇ। ਇਸੇ ਅਹਿਸਾਸ ਨੇ 1885 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਜਨਮ ਦਿੱਤਾ। ਸ਼ੁਰੂ ਵਿੱਚ ਇਹ ਨਰਮ ਦਲ ਵਾਲਿਆਂ ਦੀ ਸੰਸਥਾ ਸੀ, ਪਰ ਬਾਅਦ ਵਿੱਚ ਬਾਲ ਗੰਗਾਧਰ ਤਿਲਕ ਵਰਗੇ ਗਰਮ ਦਲ ਦੇ ਨੇਤਾ ਉਭਰੇ, ਜਿਨ੍ਹਾਂ ਨੇ ਸਪਸ਼ਟ ਕਿਹਾ, ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ। ਤੇ ਹੁਣ ਅਸੀਂ ਪਹੁੰਚਦੇ ਹਾਂ ਇਸ ਸਫ਼ਰ ਦੇ ਆਖਰੀ ਪਰ ਸਭ ਤੋਂ ਅਹਿਮ ਪੜਾਅ ਤੇ, ਭਾਗ 6, ਆਜ਼ਾਦੀ ਅਤੇ ਇਸ ਦੀਆਂ ਚੁਣੌਤੀਆਂ। ਇਹ ਉਹ ਦੌਰ ਹੈ ਜਦੋਂ ਮਹਾਤਮਾ ਗਾਂਧੀ ਭਾਰਤ ਦੀ ਰਾਜਨੀਤੀ ਵਿੱਚ ਆਉਂਦੇ ਹਨ। 1915 ਵਿੱਚ ਗਾਂਧੀ ਜੀ ਭਾਰਤ ਵਾਪਸ ਆਏ ਤੇ ਆਉਂਦਿਆਂ ਹੀ ਉਹਨਾਂ ਨੇ ਆਜ਼ਾਦੀ ਦੀ ਲੜਾਈ ਨੂੰ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ। 1920 ਦਾ ਨਾ ਮਿਲਵਰਤਨ ਅੰਦੋਲਨ, 1930 ਦਾ ਡਾਂਡੀ ਮਾਰਚ ਤੇ ਫਿਰ 1942 ਦਾ ਭਾਰਤ ਛੱਡੋ ਅੰਦੋਲਨ, ਜਿਸ ਵਿੱਚ ਉਹਨਾਂ ਨੇ ਕਰੋ ਜਾਂ ਮਰੋ ਦਾ ਨਾਅਰਾ ਦਿੱਤਾ। ਇਹਨਾਂ ਅੰਦੋਲਨਾਂ ਨੇ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਪਰ ਇਸੇ ਦੌਰਾਨ ਮੁਸਲਿਮ ਲੀਗ ਵੱਲੋਂ ਪਾਕਿਸਤਾਨ ਦੀ ਮੰਗ ਵੀ ਤੇਜ਼ ਹੋ ਰਹੀ ਸੀ। ਅਖੀਰ 1947 ਵਿੱਚ ਸਾਨੂੰ ਆਜ਼ਾਦੀ ਤਾਂ ਮਿਲੀ, ਪਰ ਇਸ ਦੇ ਨਾਲ ਹੀ ਦੇਸ਼ ਦੀ ਵੰਡ ਦਾ ਦਰਦ ਵੀ ਮਿਲਿਆ। ਆਜ਼ਾਦੀ ਤੋਂ ਬਾਅਦ ਵੀ ਚੁਣੌਤੀਆਂ ਖਤਮ ਨਹੀਂ ਹੋਈਆਂ। ਇੱਕ ਨਵਾਂ ਸੰਵਿਧਾਨ ਬਣਾਉਣਾ ਸੀ, ਲੱਖਾਂ ਸ਼ਰਨਾਰਥੀਆਂ ਨੂੰ ਵਸਾਉਣਾ ਸੀ, ਰਿਆਸਤਾਂ ਨੂੰ ਇਕੱਠਾ ਕਰਨਾ ਸੀ। ਤਾਂ ਇਸ ਪੂਰੇ ਸਫ਼ਰ ਦੇ ਅੰਤ ਤੇ ਇੱਕ ਸਵਾਲ ਸਾਡੇ ਸਾਹਮਣੇ ਆ ਕੇ ਖੜਾ ਹੁੰਦਾ ਹੈ। ਅੰਗਰੇਜ਼ਾਂ ਦੇ ਰੂਪ ਵਿੱਚ ਇੱਕ ਸਾਂਝੇ ਦੁਸ਼ਮਣ ਨੇ ਸਾਨੂੰ ਸਾਰਿਆਂ ਨੂੰ ਇੱਕ ਭਾਰਤੀ ਹੋਣ ਦਾ ਅਹਿਸਾਸ ਕਰਵਾਇਆ ਸੀ। ਆਜ਼ਾਦੀ ਮਿਲਣ ਤੋਂ ਬਾਅਦ ਅੱਜ ਸਾਂਝੀ ਪਹਿਚਾਣ ਨੂੰ ਕਾਇਮ ਰੱਖਣ ਲਈ ਸਾਡੇ ਸਾਹਮਣੇ ਕੀ ਨਵੀਆਂ ਚੁਣੌਤੀਆਂ ਹਨ? ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਸਾਰਿਆਂ ਨੂੰ ਮਿਲ ਕੇ ਲੱਭਣਾ ਪਵੇਗਾ।